आप लिहो तुम कथा सुधारी। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਦੋਹਰਾ। ਗ੍ਰਾਮ ਨਾਮ ਰਮਦਾਸ ਕੇ ਤਹਾਂ ਬ੍ਰਿਧ ਕੇ ਧਾਮ। ਕਰੇ ਬਿਤਾਵਨ ਦਿਨ ਕਿਤਕ ਬ੍ਰਹਮਾ ਨਿੰਦ ਬਿਸਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ। ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੀ ਗੋਦ ਵਿੱਚ ਸੱਦਿਆ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਇਹ ਬਾਣੀ ਸਤਿਗੁਰਾਂ ਦੀ ਉਹਨਾਂ ਦੇ ਹਿਰਦੇ 'ਚ ਵਸਦੀ ਹੈ ਜਿਨ੍ਹਾਂ 'ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਬਖਸ਼ਿਸ਼ ਹੁੰਦੀ ਹੈ। ਆਪ ਜੀ ਬੜੇ ਪ੍ਰੇਮ ਨਾਲ ਗੁਰੂ ਚਰਨਾਂ 'ਚ ਬੈਠ ਕਰਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸੀ। ਆਓ ਹੁਣ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੁੜ ਜਾਈਏ। ਮਹਾਰਾਜ ਸ੍ਰੀ ਹਰਗੋਬਿੰਦਪੁਰ ਨਗਰ ਵਸਾਇਆ। ਬਿਆਸਾ ਦੇ ਕੰਢੇ 'ਤੇ ਰਿਆੜਕੀ ਦੀ ਧਰਤੀ ਨੂੰ ਭਾਗ ਲਾ ਦਿੱਤਾ ਹੈ। ਬੜਾ ਸੋਹਣਾ ਨਗਰ ਵਸ ਗਿਆ। ਇਹਦਾ ਨਾਮ ਬਾਬਾ ਬੁੱਢਾ ਜੀ ਨੇ ਰੱਖਿਆ, ਸ੍ਰੀ ਹਰਗੋਬਿੰਦਪੁਰ। ਕੁਝ ਦਿਨ ਬਾਬਾ ਬੁੱਢਾ ਜੀ ਵੀ ਇੱਥੇ ਚਰਨ ਪਾਏ। ਇੱਥੋਂ ਆਗਿਆ ਲੈ ਕੇ ਬਾਬਾ ਜੀ ਆਪਣੇ ਪਿੰਡ ਰਮਦਾਸ ਚਲੇ ਗਏ। ਬਾਬਾ ਬੁੱਢਾ ਜੀ ਦਾ ਜਨਮ ਤਾਂ ਕੱਥੂ ਨੰਗਲ ਹੋਇਆ ਸੀ। ਬਾਅਦ ਵਿੱਚ ਆਪ ਜੀ ਸਾਰਾ ਜੀਵਨ ਗੁਰੂ ਘਰ ਦੇ ਨਾਲ ਹੀ ਵਿਚਰੇ ਹਨ, ਪਰ ਆਪਣੇ ਰਹਿਣ ਵਾਸਤੇ ਇੱਕ ਨਗਰ ਵਸਾਇਆ ਜਿਹਦਾ ਨਾਮ ਰਮਦਾਸ, ਝੰਡੇ ਰਾਮਦਾਸ ਕੇ। ਉੱਥੇ ਆਪਣੇ ਘਰ ਬਣਾਏ। ਉੱਥੇ ਅਖੀਰਲਾ ਸਮਾਂ ਬਾਬਾ ਜੀ ਜਾ ਗੁਜ਼ਾਰਿਆ ਹੈ। ਜਾਣ ਲੱਗਿਆਂ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ, ਮਹਾਰਾਜ ਹੁਣ ਮੇਰਾ ਅੰਤ ਸਮਾਂ ਨੇੜੇ ਆ ਰਿਹਾ ਹੈ। ਮੇਰੀ ਇੱਕੋ ਹੀ ਇੱਛਾ ਹੈ ਕਿ ਜਦੋਂ ਆਪ ਜੀ ਮੇਰਾ ਅੰਤ ਸਮਾਂ ਆਵੇ, ਉਦੋਂ ਆਪ ਜੀ ਮੇਰੇ ਕੋਲ ਹੋ, ਮੈਂ ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਇਹ ਚੋਲਾ ਛੱਡਾਂ। ਸੋ ਸਾਧ ਸੰਗਤ ਜੀ, ਬਾਬਾ ਜੀ ਰਮਦਾਸ ਪਿੰਡ ਜਾ ਬੈਠੇ ਨੇ। ਇਸ ਤੋਂ ਅਗਲੀ ਕਥਾ ਸਰਵਣ ਕਰੀਏ। ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗ੍ਰਾਮ ਨਾਮ ਰਮਦਾਸ ਕੇ ਤਹਾਂ ਬ੍ਰਿਧ ਕੇ ਧਾਮ। ਰਮਦਾਸ ਪਿੰਡ ਵਿੱਚ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਦਾ ਘਰ ਹੈ। ਕਰੇ ਬਿਤਾਵਨ ਦਿਨ ਕਿਤਕ ਬ੍ਰਹਮਾ ਨੰਦ ਬਿਸਰਾਮ। ਬਾਬਾ ਬੁੱਢਾ ਜੀ ਨੇ ਰਮਦਾਸ ਪਿੰਡ ਵਿੱਚ ਬੜੇ ਦਿਨ ਬਤੀਤ ਕੀਤੇ ਹਨ। ਉੱਥੇ ਬੜੇ ਆਨੰਦ ਦੇ ਨਾਲ, ਬ੍ਰਹਮਾ ਆਨੰਦ, ਇੱਕ ਸਾਧ ਸੰਗਤ ਜੀ ਵਿਸ਼ੇ ਆਨੰਦ ਹੁੰਦਾ ਹੈ। ਵਿਸ਼ੇ ਵਿਕਾਰੀ ਲੋਕਾਂ ਨੂੰ ਵੀ ਆਨੰਦ ਆਉਂਦਾ ਥੋੜ੍ਹੇ ਜਿਹੇ ਸਮੇਂ ਲਈ। ਥੋੜ੍ਹੇ ਜਿਹੇ ਸਮੇਂ ਲਈ ਜਿੰਨਾ ਚਿਰ ਉਹਨਾਂ ਦਾ ਕਿਸੇ ਵਿਸ਼ੇ ਨਾਲ ਸੰਬੰਧ ਹੈ, ਓਨਾ ਚਿਰ ਉਹਦਾ ਆਨੰਦ ਹੈ। ਦੂਸਰਾ ਆਨੰਦ ਹੁੰਦਾ ਭਜਨ ਆਨੰਦ। ਭਜਨ ਕਰਨ ਵਾਲੇ ਅਭਿਆਸੀਆਂ ਨੂੰ, ਨਾਮ ਜਪਣ ਵਾਲਿਆਂ ਨੂੰ ਆਉਂਦਾ ਹੈ। ਜਿੰਨਾ ਚਿਰ ਭਜਨ ਕਰਦੇ ਰਹਿੰਦੇ ਉਹਨਾਂ ਚਿਰ ਆਨੰਦ ਬਣਿਆ ਰਹਿੰਦਾ। ਤੀਸਰਾ ਆਨੰਦ ਹੁੰਦਾ ਹੈ ਬ੍ਰਹਮਾ ਆਨੰਦ। ਹਰ ਵੇਲੇ ਬ੍ਰਹਮਾਕਾਰ ਬਿਰਤੀ ਹੋ ਜਾਂਦੀ, ਬ੍ਰਹਮ ਵਿੱਚ ਲੀਨ ਹੋ ਜਾਂਦੇ ਹੈ। ਉਹਨਾਂ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ। ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ, ਸਦਾ ਹੀ ਆਨੰਦ। ਬਾਬਾ ਬੁੱਢਾ ਸਾਹਿਬ ਜੀ ਨੂੰ ਸਦਾ ਹੀ ਬ੍ਰਹਮ ਆਨੰਦ ਬਣਿਆ ਰਹਿੰਦਾ ਹੈ। ਚੌਪਈ। ਤਜਨ ਸਰੀਰ ਸਮਾਨਿ ਰਾਵਾ। ਬਾਬਾ ਜੀ ਦੇ ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ। ਸਗਲ ਪੇਵ ਬੁੱਢੇ ਲਖ ਪਾਵਾ। ਬਾਬਾ ਬੁੱਢਾ ਜੀ ਜਾਣੀ ਜਾਣ ਗਏ ਕਿ ਸਾਡਾ ਇਹ ਚੋਲਾ ਛੱਡਣ ਦਾ ਸਮਾਂ ਨੇੜੇ ਹੈ। ਹਿਰਦੇ ਮਨੋਰਥ ਐਸੇ ਕੀਨ। ਬਾਬਾ ਜੀ ਨੇ ਆਪਣੇ ਮਨ ਵਿੱਚ ਐਸਾ ਮਨੋਰਥ, ਐਸੀ ਇੱਛਾ ਕੀਤੀ ਹੈ। ਅੰਤ ਸਮੋ ਆਪਣੋ ਢਿਗ ਚੀਨ। ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਬਾਬਾ ਜੀ ਇਸ ਤਰ੍ਹਾਂ ਮਨ ਵਿੱਚ ਫੁਰਨਾ ਕੀਤਾ, ਮਨੋਰਥ ਕੀਤਾ ਹੈ। ਸ਼੍ਰੀ ਹਰਗੋਬਿੰਦ ਹੋਵਹਿ ਤੀਰ। ਕਿੰਨਾ ਚੰਗਾ ਹੋਵੇ
ਜਦੋਂ ਮੈਂ ਇਹ ਚੋਲਾ ਛੱਡਾਂ, ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮੇਰੇ ਕੋਲ ਹੋਣ। ਮੈਂ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਕਰਦੇ ਕਰਦੇ ਹੀ ਇਸ ਸਰੀਰ ਨੂੰ ਤਿਆਗ ਦੇਵਾਂ। ਜਬ ਮੈਂ ਤਿਆਗਨ ਲਗੋ ਸਰੀਰ, ਜਦੋਂ ਮੈਂ ਇਹ ਸਰੀਰ ਤਿਆਗਣ ਲੱਗਾ, ਉਦੋਂ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਕੋਲ ਹੋਣੇ ਚਾਹੀਦੇ ਹੈ। ਦੇਖਤ ਆਗੈ ਰੂਪ ਮੁਕੰਦਾ, ਉਹਨਾਂ ਦੇ ਸਾਹਮਣੇ ਬੈਠੇ, ਉਹਨਾਂ ਦੇ ਦਰਸ਼ਨ ਕਰਦੇ ਹੋਏ, ਉਹਨਾਂ ਦੇ ਸਰੂਪ ਵੱਲ ਤੱਕਦੇ ਹੋਏ ਇਹ ਪ੍ਰਾਣ ਨਿਕਲ ਜਾਣ। ਜਿਸ ਕੋ ਚਾਹਤ ਮਨ ਜਨ ਬ੍ਰਿੰਦਾ, ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਦਾ ਰੂਪ ਹਨ। ਬਹੁਤ ਜ਼ਿਆਦਾ ਰਿਸ਼ੀ ਮੁਨੀ ਸਾਧੂ ਸੰਤ ਹਜ਼ਾਰਾਂ ਸਾਲਾਂ ਤੋਂ ਇਹ ਇੱਛਾ ਕਰਦੇ ਨੇ ਕਿ ਸਾਨੂੰ ਉਸ ਪਰਮੇਸ਼ਰ ਦੇ ਦਰਸ਼ਨ ਹੋਣ। ਅੰਤ ਸਮੇਂ ਵਾਹਿਗੁਰੂ ਦੀ ਪਰਮੇਸ਼ਰ ਦੀ ਯਾਦ ਆਵੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਕੋਲ ਹੋਣਗੇ, ਮੇਰਾ ਅੰਤ ਸਮਾਂ ਸਫਲਾ ਹੋ ਜਾਵੇਗਾ। ਅਪਰ ਕਾਜ ਇੱਕ ਔਰ ਲਖਾਉ, ਇੱਕ ਹੋਰ ਵੀ ਕਾਰਜ ਹੈ ਜਿਹੜਾ ਗੁਰੂ ਸਾਹਿਬ ਦੇ ਆਉਣ ਨਾਲ ਪੂਰਾ ਹੋਵੇਗਾ। ਨਿਚ ਸੁਤ ਕੋ ਅਬ ਕਰ ਪਕਰਾਉ, ਆਪਣੇ ਪੁੱਤਰ ਭਾਨੇ ਨੂੰ ਗੁਰੂ ਸਾਹਿਬ ਦੇ ਲੜ ਲਾ ਦਿਆਂ। ਭਾਨੇ ਦੀ ਬਾਂਹ ਗੁਰੂ ਛੇਵੇਂ ਪਾਤਸ਼ਾਹ ਦੇ ਹੱਥ ਫੜਾ ਦਿਆਂਗਾ। ਸਾਰੀ ਜ਼ਿੰਮੇਵਾਰੀ ਭਾਨੇ ਦੇ ਆ ਜਾਵੇਗੀ। ਉਚਿਤ ਅਹ ਮੁਕ ਹੋ ਇਹੋ ਕਰਨੀ, ਮੈਨੂੰ ਹੁਣ ਇਹ ਕਰਨਾ ਜ਼ਰੂਰੀ ਹੈ, ਉਚਿਤ ਹੈ, ਯੋਗ ਹੈ ਕਿ ਮੇਰਾ ਪੁੱਤਰ ਭਾਨਾ ਹੁਣ ਗੁਰੂ ਘਰ ਦੀ ਸੇਵਾ ਦੀ ਜ਼ਿੰਮੇਵਾਰੀ ਸਾਂਭ ਲਵੇ। ਹਮ ਸਗਰੇ ਸਤਿਗੁਰ ਕੀ ਸ਼ਰਣੀ, ਕਿਉਂਕਿ ਸਾਡਾ ਪਰਿਵਾਰ ਸਾਰਾ ਹੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਹੈ। ਸਾਡੇ ਸਤਿਗੁਰੂ ਹੀ ਆਸਰੇ ਹਨ। ਇਹ ਲੋਕ ਦੇ ਵੀ ਤੇ ਪਰਲੋਕ ਦੇ ਵੀ ਸਤਿਗੁਰੂ ਹੀ ਸਹਾਈ ਹਨ। ਲੋਕ ਪਰਲੋਕ ਆਦ ਅਰ ਅੰਤ, ਲੋਕ ਪਰਲੋਕ ਆਦ ਅੰਤ ਇੱਕੋ ਹੀ ਆਸਰਾ ਹੈ, ਕੋਈ ਹੋਰ ਦੂਸਰੀ ਟੇਕ ਨਹੀਂ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਹੋਰ ਟੇਕਾਂ ਰੱਖਦੇ ਹਾਂ ਨਾ, ਮੂੰਹ ਦੀ ਖਾਂਦੇ ਹਾਂ। ਜਦੋਂ ਗੁਰੂ ਦੀ ਟੇਕ ਰੱਖਦੇ ਹਾਂ ਫਿਰ ਕੋਈ ਹਾਰ ਨਹੀਂ ਹੁੰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ। ਬੰਦੇ ਦੀ ਕੀ ਟੇਕ ਰੱਖਣੀ ਹੋਈ, ਅੱਜ ਰੋਟੀ ਦੇਵੇਗਾ, ਕੱਲ ਨੂੰ ਨਾ ਕਰ ਦੇਵੇਗਾ। ਵਾਹਿਗੁਰੂ ਨਹੀਂ ਨਾ ਕਰਦਾ। ਲੱਖਾਂ ਜਨਮ ਅਸੀਂ ਦੁਨੀਆ ਤੇ ਆਏ ਹਾਂ, ਹਰ ਜਨਮ 'ਚ ਰੋਟੀ ਦਿੰਦਾ ਰਿਹਾ, ਇਸ ਜਨਮ 'ਚ ਵੀ ਦੇ ਰਿਹਾ, ਅੱਗੇ ਵੀ ਦੇਵੇਗਾ। ਐਸਾ ਦਾਤਾ ਵਾਹਿਗੁਰੂ, ਉਹਨੂੰ ਛੱਡ ਕੇ ਮਾਨੁਖ ਕੀ ਟੇਕ ਰੱਖਣੀ ਬਿਰਥੀ ਹੈ। ਹਾਂਜੀ, ਹਮਰੋ ਨਹਿ ਕੋ ਬਿਨ ਭਗਵੰਤ, ਸਤਿਗੁਰੂ ਜੀ ਤੋਂ ਬਿਨਾਂ ਸਾਡਾ ਤੇ ਹੋਰ ਕੋਈ ਸਹਾਰਾ ਨਹੀਂ। ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਸਹਾਰਾ ਹੋਵੇਗਾ। ਸਾਨੂੰ ਤਾਂ ਸਤਿਗੁਰੂ ਤੇਰਾ ਹੀ ਸਹਾਰਾ ਹੈ, ਤੇਰੀ ਓਟ ਹੈ। ਹਾਂਜੀ, ਇਮ ਵਿਚਾਰ ਕਰ ਸਿੱਖ ਹਕਾਰਾ, ਇਹ ਵਿਚਾਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਸਿੱਖ ਨੂੰ ਸੱਦਿਆ ਇੱਕ ਨੂੰ। ਭਾਉ ਸਮਤ ਜਿਸ ਬਹੁ ਉਰ ਧਾਰਾ, ਸਿਆਣਾ ਸਮਝਦਾਰ, ਗੱਲਬਾਤ ਕਰਨ ਵਿੱਚ ਚਤੁਰ ਔਰ ਸ਼ਰਧਾ ਭਾਵਨਾ ਵਾਲਾ ਸਿਆਣਾ ਸਿੱਖ ਸੀ। ਕਿਉਂਕਿ ਗੁਰੂ ਸਾਹਿਬ ਕੋਲ ਭੇਜਣਾ ਹੈ, ਬੇਨਤੀ ਕਰਨੀ ਵੀ ਆਉਂਦੀ ਹੋਵੇ, ਬੋਲਣਾ ਵੀ ਆਉਂਦਾ ਹੋਵੇ ਤੇ ਬੈਠਣਾ ਵੀ ਆਉਂਦਾ ਹੋਵੇ। ਇਹ ਸਾਰੀਆਂ ਚੀਜ਼ਾਂ ਨੂੰ ਸਿਆਣੇ ਕਹਿੰਦੇ ਰਹਿਣੀ, ਬਹਿਣੀ, ਕਹਿਣੀ ਔਰ ਸਹਿਣੀ। ਇਹ ਚਾਰੇ ਗੁਣ ਜਿਨ੍ਹਾਂ ਵਿੱਚ ਹੋਣ, ਇਹੋ ਜਿਹੇ ਗੁਰਸਿੱਖ ਗੁਰੂ ਘਰ 'ਚ ਪ੍ਰਵਾਨ ਹੁੰਦੇ ਆ। ਬਾਬਾ ਬੁੱਢਾ ਜੀ ਨੇ ਐਸੇ ਗੁਰਸਿੱਖ ਨੂੰ ਸੱਦਿਆ ਹੈ। ਨਿਕਟ ਬਿਠਾਏ ਸਕਲ ਸਮਝਾਈ, ਉਹ ਸਿਆਣੇ ਸਿੱਖ ਨੂੰ ਕੋਲ ਬਿਠਾ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਇਉਂ ਸਮਝਾਉਣ ਲੱਗੇ। ਗੁਰ ਟੇਕ ਗਮਨਹੁ ਬਿਮਲ ਬਿਹਾਈ, ਬਾਬਾ ਜੀ ਕਹਿੰਦੇ, ਭਾਈ ਗੁਰਮੁਖਾ, ਤੂੰ ਹੁਣੇ ਹੀ ਬਿਨਾਂ ਦੇਰੀ ਦੇ ਸ੍ਰੀ ਹਰਗੋਬਿੰਦਪੁਰੇ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਕੋਲ ਜਾਣਾ ਹੈ। ਮਮ ਦਿਸ਼ ਤੇ ਇਹ ਬਿਨੈ ਸੁਣਾਵਹੁ, ਤੇ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੀ ਹੈ। ਦਾਸ ਕਦੀਮੀ ਲਖ ਕਰ ਆਵਹੁ, ਕਿ ਸੱਚੇ ਪਾਤਸ਼ਾਹ, ਤੁਹਾਡਾ ਸੇਵਕ ਬੁੱਢਾ ਤੁਹਾਨੂੰ ਬੇਨਤੀ ਕਰਦਾ ਹੈ ਕਿ ਆਪਣੇ ਘਰ ਦਾ ਨਿਮਾਣਾ ਜਿਹਾ ਸੇਵਾਦਾਰ ਸਮਝ ਕੇ, ਕਦੀਮੀ ਸੇਵਕ ਸਮਝ ਕੇ
ਛੇਤੀ ਮੇਰੇ ਕੋਲ ਆ ਜਾਓ। ਜਿਮ ਕੁਰਖੇਤਰ ਬਿਖੈਰਨ ਠਾਨੇ। ਜਿਵੇਂ ਕੁਰੂਕਸ਼ੇਤਰ ਦੀ ਭੂਮੀ 'ਚ ਮਹਾਭਾਰਤ ਦਾ ਜੰਗ ਹੋਇਆ ਸੀ ਕ੍ਰਿਸ਼ਨ ਹਸਤਨਾਪੁਰੀ ਭਿਆਨੇ। ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਜੰਗ ਤੋਂ ਬਾਅਦ ਹਸਤਨਾਪੁਰੀ ਚਲੇ ਗਏ ਕੁਰੂਕਸ਼ੇਤਰ ਤੋਂ। ਲਗਭਗ ਸਾਧ ਸੰਗਤ ਜੀ 1.5-200 ਕਿਲੋਮੀਟਰ ਦਾ ਸਫ਼ਰ ਬਣ ਜਾਂਦਾ। ਅੱਜ ਕੱਲ੍ਹ ਤਾਂ 2 ਘੰਟਿਆਂ ਦੀ ਗੱਲ ਹੈ ਕਾਰ ਦੇ ਵਿੱਚ, ਪਰ ਜਦੋਂ ਕ੍ਰਿਸ਼ਨ ਜੀ ਦਾ ਸਮਾਂ ਸੀ ਰੱਥਾਂ 'ਤੇ ਜਾਂਦੇ ਸੀ, ਬਹੁਤਾ ਨਹੀਂ ਤਾਂ 2 ਦਿਨ ਤਾਂ ਲੱਗੇ ਹੋਣਗੇ। ਯਾਨੀ ਕ੍ਰਿਸ਼ਨ ਜੀ ਜੰਗ ਤੋਂ ਬਾਅਦ ਵਾਪਸ ਹਸਤਨਾਪੁਰੀ ਚਲੇ ਗਏ ਸਨ। ਸਭ ਪਾਂਡਵ ਕੋ ਲੈ ਕਰ ਸਾਥ। ਪਾਂਡਵ ਜੰਗ ਜਿੱਤ ਗਏ ਸਨ, ਕੌਰਵ ਮਾਰੇ ਗਏ ਸਨ। ਕੌਰਵਾਂ ਦੇ ਮਰਨ ਤੋਂ ਬਾਅਦ ਜੰਗ ਸਮਾਪਤ ਕਰਕੇ ਕ੍ਰਿਸ਼ਨ ਜੀ ਗਏ ਸਨ। ਅਭਿਸੇਚਿਓ ਧਰਮਜ ਨਰਨਾਥ। ਉੱਥੇ ਜਾ ਕੇ ਯੁਧਿਸ਼ਟਰ ਜੀ ਨੂੰ ਭਾਰਤ ਦਾ ਹਸਤਨਾਪੁਰ ਦਾ ਰਾਜਾ ਬਣਾਇਆ ਸੀ। ਸਰ ਸਹਿਜਾ ਪਰ ਭੀਸ਼ਮ ਪਰਿਓ। ਪਰ ਭੀਸ਼ਮ ਪਿਤਾਮਾ ਜੀ ਤੀਰਾਂ ਦੀ ਸੇਜਾ ਤੇ ਪਏ ਸਨ, ਉਹ ਕੁਰੂਕਸ਼ੇਤਰ ਹੀ ਪਏ ਸਨ। ਭੀਸ਼ਮ ਪਿਤਾਮਾ ਦਾ ਇਹ ਪਰਣ ਸੀ ਵੀ ਮੈਂ ਉਤਰਾਇਣ ਵਿੱਚ ਪ੍ਰਾਣ ਨਹੀਂ ਤਿਆਗਾਂਗਾ। ਇਸ ਕਰਕੇ ਉਹ ਪੱਖ ਜਿਹੜਾ ਸੀ ਚੱਲ ਰਿਹਾ ਸੀ, ਆਪਣੀ ਮਰਜ਼ੀ ਨਾਲ ਪ੍ਰਾਣ ਤਿਆਗਣ ਦੀ ਉਹਨਾਂ ਕੋਲ ਸ਼ਕਤੀ ਸੀ। ਭੀਸ਼ਮ ਪਿਤਾਮਾ ਜੀ ਕੋਲ ਬਿਰਧ ਅਵਸਥਾ ਸੀ ਤੇ ਤੀਰਾਂ ਦੀ ਸੇਜ ਤੇ ਸੁਤੇ ਪਏ ਸਨ। ਧਰਮ ਨਿਬਾਹ ਆਪ ਨੋ ਕਰਿਓ। ਆਪਣਾ ਧਰਮ ਨਿਭਾ ਦਿੱਤਾ ਯੁਧਿਸ਼ਟਰ ਭੀਸ਼ਮ ਪਿਤਾਮਾ ਨੇ। ਅੰਤ ਸਮੇਂ ਆਪਨੋ ਤਿਨ ਜਾਨਾ। ਜਦੋਂ ਭੀਸ਼ਮ ਪਿਤਾਮਾ ਨੇ ਦੇਖਿਆ ਵੀ 58 ਦਿਨ ਜਦੋਂ ਪੂਰੇ ਹੋਣੇ ਨੇ, ਉਦੋਂ ਮੈਂ ਸਰੀਰ ਤਿਆਗਣਾ ਹੈ। ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਕ੍ਰਿਸ਼ਨ ਹਕਾਰੇ ਧਰ ਕਰ ਧਿਆਨਾ। ਧਿਆਨ ਵਿੱਚ ਸ੍ਰੀ ਕ੍ਰਿਸ਼ਨ ਜੀ ਨੂੰ ਅਰਦਾਸ ਕੀਤੀ ਸੀ ਕਿ ਮਹਾਰਾਜ ਆ ਕੇ ਦਰਸ਼ਨ ਦਿਓ। ਤਤ ਚਿਨ ਆਪਨੋ ਸਿਮਰਨ ਚੀਨਾ। ਤੇ ਭਗਵਾਨ ਕ੍ਰਿਸ਼ਨ ਜੀ ਨੇ ਉਸੇ ਵੇਲੇ ਆਪਣਾ ਸਿਮਰਨ, ਆਪਣੀ ਯਾਦ, ਆਪਣੇ ਪਿਆਰੇ ਦੇ ਮਨ ਦੀ ਅਰਦਾਸ ਸੁਣ ਲਈ। ਸਭ ਕੁਛ ਤਜ ਪਰ ਸਥਾਨੋ ਕੀਨਾ। ਸਾਰੇ ਕੰਮ ਛੱਡ ਕੇ ਕ੍ਰਿਸ਼ਨ ਜੀ ਫਿਰ ਵਾਪਸ ਕੁਰੂਕਸ਼ੇਤਰ ਆ ਗਏ। ਕੁਰੂਕਸ਼ੇਤਰ ਤੋਂ ਗਏ ਸੀਗੇ ਰਾਜ ਕਾਜ ਦੇ ਲਈ, ਪਰ ਜਦੋਂ ਭੀਸ਼ਮ ਪਿਤਾਮਾ ਦਾ ਅੰਤ ਸਮਾਂ ਆਇਆ, ਉਹਨਾਂ ਨੂੰ ਦਰਸ਼ਨ ਦੇਣ ਲਈ ਵਾਪਸ ਕੁਰੂਕਸ਼ੇਤਰ ਆ ਗਏ ਸਨ। ਅੰਤ ਸਮੇਂ ਮਹਿ ਦਰਸ਼ਨ ਦਿਓ। ਅੰਤ ਸਮੇਂ ਭੀਸ਼ਮ ਪਿਤਾਮਾ ਨੂੰ ਦਰਸ਼ਨ ਦਿੱਤੇ ਸਨ। ਤੈਸੋ ਸਮੋ ਆਨ ਅਬ ਭਇਓ। ਅੱਜ ਉਸੇ ਤਰ੍ਹਾਂ ਹੀ ਬਾਬਾ ਬੁੱਢਾ ਜੀ ਮਹਾਰਾਜ ਮਹਾਂਪੁਰਸ਼ਾਂ ਦਾ ਅੰਤ ਸਮਾਂ ਆ ਗਿਆ ਹੈ। ਕਿਰਪਾ ਕਰੋ ਆਪ ਉਹ ਹਿਤ ਧਾਰੇ। ਬਾਬਾ ਬੁੱਢਾ ਜੀ ਕਹਿੰਦੇ ਅਰਦਾਸ ਇਹੀ ਹੈ ਵੀ ਸਤਿਗੁਰੂ ਕਿਰਪਾ ਕਰਕੇ ਮੈਨੂੰ ਅੰਤ ਸਮੇਂ ਆ ਕੇ ਦਰਸ਼ਨ ਦੇ ਦਿਓ। ਜਿਵੇਂ ਜਟਾਓ ਤਨ ਤਜਤ ਨਿਹਾਰੇ। ਜਿਵੇਂ ਜਟਾਯੂ ਨੂੰ ਰਾਮਚੰਦਰ ਜੀ ਨੇ ਮਰਨ ਵੇਲੇ ਦਰਸ਼ਨ ਦਿੱਤੇ ਸਨ। ਸੀਤਾ ਖੋਜਤ ਇਤ ਉਤ ਧਾਏ। ਜਦੋਂ ਰਾਮਚੰਦਰ ਜੀ ਸੀਤਾ ਨੂੰ ਲੱਭਦੇ ਜੰਗਲ 'ਚ ਭਟਕ ਰਹੇ ਸਨ, ਨਿਜ ਜਨ ਜਾਨ ਤੁਰਤ ਹੀ ਆਏ। ਜਟਾਯੂ ਦਾ ਅੰਤ ਸਮਾਂ ਜਾਣ ਕੇ ਉਹਦੇ ਕੋਲ ਆ ਗਏ ਸਨ। ਤਿਮ ਅਮ ਬਿਰਦ ਸੰਭਾਰਤ ਆਵਹੋ। ਇਹ ਮਹਾਰਾਜ ਮੈਂ ਵੀ ਤੁਹਾਡਾ ਸੇਵਕ ਹਾਂ ਤੇ ਮੇਰੇ ਤੇ ਕਿਰਪਾ ਕਰੋ, ਆਪਣੇ ਬਿਰਧ ਦੀ ਲਾਜ ਰੱਖੋ। ਅਗਹਾਨੀ ਨਿਜ ਦਰਸ ਦਿਖਾਵਹੋ। ਆਪਣੇ ਦਰਸ਼ਨ ਦਿਓ। ਮੇਰੇ ਪਾਪਾਂ ਨੂੰ ਕੱਟਣ ਵਾਲੇ, ਤੁਸੀਂ ਸਾਰੀ ਦੁਨੀਆ ਦੇ ਪਾਪ ਕੱਟਣ ਵਾਲੇ ਹੋ। ਜਿਹੜਾ ਵੀ ਕੋਈ ਜੀਵ ਦੁਨੀਆ ਤੇ ਆਇਆ, ਉਹਦੇ ਕੋਲ ਪੁੰਨ ਵੀ ਹੁੰਦਾ ਤੇ ਪਾਪ ਵੀ ਹੁੰਦਾ ਸਾਧ ਸੰਗਤ ਜੀ। ਤੇ ਗੁਰੂ ਦਾ ਨਾਮ ਲੈ ਕੇ ਪਾਪ ਕੱਟੇ ਜਾਂਦੇ ਆ, ਪਾਪਾਂ ਦਾ ਨਾਸ ਹੋ ਜਾਂਦਾ। ਮਹਾਰਾਜ ਤੁਹਾਡੇ ਦਰਸ਼ਨ ਹੋਣਗੇ, ਮੇਰਾ ਭਲਾ ਹੋਵੇਗਾ। ਬ੍ਰਿਧ ਕੋ ਨਮੋ ਕਰਤ ਸਿਖ ਚਲਿਓ। ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਭੇਜਿਆ ਹੋਇਆ ਸਿੱਖ ਬਾਬਾ ਬੁੱਢਾ ਜੀ ਨੂੰ ਨਮਸਕਾਰ ਕਰਕੇ ਰਮਦਾਸ ਤੋਂ ਤੁਰ ਪਿਆ। ਤੂਰਨ ਆਏ ਗੁਰੂ ਸੰਗ ਮਿਲਿਓ। ਔਰ ਬੜੀ ਛੇਤੀ ਨਾਲ ਸ੍ਰੀ ਹਰਗੋਬਿੰਦਪੁਰੇ ਆ ਗਿਆ ਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਆ ਮਿਲਿਆ। ਨਮਸਕਾਰ ਕਰ ਬ੍ਰਿਧ ਸੰਦੇਸ਼ਾ। ਮਹਾਰਾਜ ਨੂੰ ਮੱਥਾ ਟੇਕ ਕੇ ਬਾਬਾ ਬੁੱਢਾ ਜੀ ਦਾ ਸੁਨੇਹਾ ਲਾ ਦਿੱਤਾ। ਬੈਠਿਓ ਭਾਖ ਸੁਨਾਏ ਅਸ਼ੇਸ਼ਾ। ਬੜੇ ਪ੍ਰੇਮ ਨਾਲ ਬਾਬਾ ਬੁੱਢਾ ਜੀ ਦੀ ਅਰਦਾਸ ਬੇਨਤੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪਹੁੰਚਾ ਦਿੱਤੀ। ਸੁਣ ਸਤਿਗੁਰ ਨਿਜ ਪ੍ਰਿਯ ਕੀ ਬਾਤ। ਆਪਣੇ ਪਿਆਰੇ ਮਹਾਨ ਗੁਰਸਿੱਖ
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਸੁਣ ਕੇ ਤਿਆਰੀ ਕਰੀ ਸ਼ੀਗਰ ਅਬ ਭਾਂਤ। ਮਹਾਰਾਜ ਜੀ ਨੇ ਛੇਤੀ ਨਾਲ ਹੀ ਤਿਆਰੀ ਕਰ ਲਈ। ਉਸੇ ਵੇਲੇ ਹੀ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਲਿਆਓ ਵੀ ਘੋੜੇ ਤੇ ਕਾਠੀ ਪਾਓ, ਹੁਣੇ ਹੀ ਚੱਲਣਾ। ਬਾਬਾ ਬੁੱਢਾ ਜੀ ਦਾ ਹੁਕਮ ਆਵੇ ਤੇ ਅਸੀਂ ਰੁਕ ਜਾਈਏ, ਇੱਦਾਂ ਨਹੀਂ ਹੋ ਸਕਦਾ। ਉਸੇ ਵੇਲੇ ਤਤਕਾਲ ਹੀ ਮਹਾਰਾਜ ਨੇ ਫੌਜਾਂ ਨੂੰ ਜਿਹੜੀਆਂ ਨਾਲ ਲਿਜਾਣੀਆਂ ਸਨ ਉਹਨਾਂ ਨੂੰ ਘੋੜਿਆਂ ਤੇ ਕਾਠੀਆਂ ਪਾਉਣ ਦਾ ਹੁਕਮ ਦੇ ਦਿੱਤਾ। ਵਿਦਿਆ ਅਰ ਭਾਈ ਗੁਰਦਾਸ ਨਾਲ ਲੈ ਲੈ ਬਾਬਾ ਬੁੱਢਾ ਜੀ ਦੇ ਕੋਲ ਜਾਣ ਵਾਸਤੇ ਭਾਈ ਗੁਰਦਾਸ ਜੀ ਤੇ ਭਾਈ ਬਿਧੀ ਚੰਦ ਜੀ, ਇਹਨਾਂ ਦੋਵਾਂ ਮਹਾਂਪੁਰਸ਼ਾਂ ਨੂੰ ਨਾਲ ਲਿਆ ਹੈ। ਬ੍ਰਜ ਤਨ ਅੰਤ ਕਹਿਓ ਸਭ ਪਾਸ। ਸਾਰੀ ਸੰਗਤ ਨੂੰ ਦੱਸ ਦਿੱਤਾ ਵੀ ਭਾਈ ਆਪਾਂ ਜਾਣਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਹੁਕਮ ਆਇਆ, ਉਹਨਾਂ ਨੇ ਸਾਡੇ ਦਰਸ਼ਨਾਂ ਦੀ ਇੱਛਾ ਕੀਤੀ ਹੈ। ਬਾਬਾ ਜੀ ਦਾ ਪਰਲੋਕ ਜਾਣ ਦਾ ਸਮਾਂ ਆ ਗਿਆ ਤੇ ਇਹੋ ਜਿਹੇ ਮਹਾਂਪੁਰਸ਼ਾਂ ਦੇ ਅੰਤਮ ਦਰਸ਼ਨ ਕਰੀਏ ਚੱਲ ਕੇ। ਪੁਰ ਮਹਿ ਜਥੇਦਾਰ ਇੱਕ ਛੋਰਾ। ਇਸ ਸ੍ਰੀ ਹਰਗੋਬਿੰਦਪੁਰੇ ਨਗਰ 'ਚ ਇੱਕ ਜਥੇਦਾਰ ਫੌਜ ਦੀ ਰਾਖੀ ਲਈ ਜਥੇਦਾਰੀ ਲਈ ਛੱਡ ਦਿੱਤਾ, ਸ਼ਹਿਰ ਦੀ ਰਾਖੀ ਲਈ। ਕਿਤਕ ਸੈਨ ਦੇ ਕਰ ਤਿਸ ਠੋਰਾ। ਕੁਝ ਫੌਜ ਮਹਾਰਾਜ ਨੇ ਪਿੱਛੇ ਛੱਡ ਦਿੱਤੀ ਸ੍ਰੀ ਹਰਗੋਬਿੰਦਪੁਰੇ। ਪੁਰ ਜਨ ਸਭ ਕੋ ਧੀਰਜ ਦੀਨ। ਔਰ ਸ੍ਰੀ ਹਰਗੋਬਿੰਦਪੁਰ ਦੇ ਲੋਕਾਂ ਨੂੰ ਹੌਸਲਾ ਦਿੱਤਾ ਵੀ ਤਗੜੇ ਰਹੋ, ਅਸੀਂ ਥੋੜੇ ਦਿਨਾਂ 'ਚ ਵਾਪਸ ਆ ਜਾਵਾਂਗੇ। ਚੜਵੇ ਤੁਰੰਗ ਹਕਾਰਨ ਕੀਨ। ਤੇ ਮਹਾਰਾਜ ਦਾ ਘੋੜਾ ਵੀ ਕੱਸ ਕੇ ਆ ਗਿਆ ਤੇ ਸਤਿਗੁਰੂ ਘੋੜੇ ਤੇ ਸਵਾਰ ਹੋ ਗਏ। ਚੰਮੂ ਸਕਲ ਹਵੈ ਕਰ ਤਬ ਤਿਆਰ। ਚਮੂ ਸਕਲ ਸਭ ਕਾ ਹੋਇਆ ਕਰ ਤਿਆਰ। ਸਾਰੀ ਫੌਜ ਤਿਆਰ ਹੋ ਕਰਕੇ ਚੜੇ ਸੰਗ ਗੁਰ ਪੇ ਅਸਵਾਰ। ਮਹਾਰਾਜ ਦੇ ਨਾਲ ਸਵਾਰ ਹੋਈ ਹੈ। ਹਮ ਰਕਾਬ ਹੋ ਕੇ ਭਾਈ ਬਿਧੀ ਚੰਦ ਜੀ, ਭਾਈ ਗੁਰਦਾਸ ਜੀ, ਹੋਰ ਬੜੇ ਗੁਰਸਿੱਖ ਚੱਲ ਪਏ ਹਨ। ਕੁਛ ਸੈਨ ਦੇ ਸੰਗ ਨਿਹਾਲੇ। ਕੁਝ ਸੰਗਤਾਂ ਨਾਲ ਫੌਜਾਂ ਚੱਲ ਪਈਆਂ ਨੇ, ਕੁਝ ਪਿੱਛੇ ਛੱਡ ਦਿੱਤੀਆਂ ਨੇ। ਸੌਂਪਿਓ ਪੁਰ ਕੋ ਰਾਖ ਸੰਭਾਲੇ। ਇੱਕ ਜਥੇਦਾਰ ਨੂੰ ਕਿਹਾ ਵੀ ਤੂੰ ਸੰਭਾਲ ਕਰਨੀ ਹੈ ਨਗਰ ਦੀ, ਪਿੱਛੋਂ ਅਸੀਂ ਵਾਪਸ ਥੋੜੇ ਦਿਨਾਂ 'ਚ ਆਵਾਂਗੇ। ਚੜ ਸਤਿਗੁਰ ਤਬ ਪੰਥ ਪਿਆਨੇ। ਮਹਾਰਾਜ ਜੀ ਸ੍ਰੀ ਹਰਗੋਬਿੰਦਪੁਰੇ ਤੋਂ ਘੋੜੇ ਤੇ ਸਵਾਰ ਹੋ ਕੇ ਫੌਜਾਂ ਸਮੇਤ ਰਮਦਾਸ ਪਿੰਡ ਦੇ ਰਾਹ ਪੈ ਗਏ ਨੇ। ਕਰੀ ਸ਼ੀਗਰਤਾ ਨਹਿ ਠਹਿਰਾਨੇ। ਔਰ ਛੇਤੀ ਨਾਲ ਹੀ ਚਲੇ ਜਾਂਦੇ, ਕਿਤੇ ਰੁਕਦੇ ਨਹੀਂ, ਕਿਉਂਕਿ ਬਾਬਾ ਜੀ ਦਾ ਹੁਕਮ ਹੈ ਵੀ ਛੇਤੀ ਆਓ। ਤੇ ਮਹਾਰਾਜ ਜੀ ਬਾਬਾ ਬੁੱਢਾ ਜੀ ਦੇ ਪ੍ਰੇਮ ਦੇ ਬੱਧੇ ਹੋਏ ਰਸਤੇ 'ਚ ਕਿਤੇ ਆਰਾਮ ਨਹੀਂ ਕੀਤਾ, ਵਾਹ ਦਾਈ ਤੁਰੀ ਗਏ ਹਨ। ਬੜੇ ਵੇਗ ਤੇ ਤੁਰਗ ਚਲਾਏ। ਮਹਾਰਾਜ ਛੇਵੇਂ ਪਾਤਸ਼ਾਹ ਜੀ ਘੋੜੇ ਆਪਣੇ ਬੜੇ ਤੇਜ਼ੀ ਨਾਲ ਚਲਾਏ ਨੇ, ਤੇਜ਼ ਰਫ਼ਤਾਰ ਕੀਤੇ ਨੇ ਘੋੜੇ। ਤੂਰਨ ਪੰਥ ਸੰਪੂਰਨ ਆਏ। ਔਰ ਪੈਂਡਾ ਸਾਰਾ ਕੱਟਿਆ ਹੈ ਛੇਤੀ ਨਾਲ। ਨਾਮਦੇਵ ਕੋ ਹੁਦੋ ਸਥਾਨ। ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਸਤੇ ਵਿੱਚ ਘੁਮਾਣ ਪਿੰਡ ਬਾਬਾ ਨਾਮਦੇਵ ਜੀ ਦੀ ਇੱਕ ਜਗ੍ਹਾ ਹੈ। ਭਗਤ ਨਾਮਦੇਵ ਜੀ ਵੈਸੇ ਹੋਏ ਤੇ ਨੇ ਮਹਾਰਾਸ਼ਟਰ ਦੇ। ਉੱਥੇ ਉਹਨਾਂ ਦਾ ਪੰਡਰਪੁਰ ਔਰ ਨਰਸੀ ਬਾਹਮਣੀ, ਇੱਦਾਂ ਉਹਨਾਂ ਦੇ ਕਈ ਨਗਰ ਹਨ। ਨਰਸੀ ਬਾਹਮਣੀ ਉਹਨਾਂ ਦਾ ਜਨਮਜਾਤ ਪਿੰਡ ਹੈ। ਪੰਡਰਪੁਰ ਵੀ ਰਹੇ ਹਨ। ਉਹ ਮਹਾਰਾਸ਼ਟਰ ਵਿੱਚ ਹਜੂਰ ਸਾਹਿਬ ਦੇ ਨੇੜੇ ਤੇੜੇ 200-300 ਮੀਲ ਦੇ ਅੰਦਰ। ਪਰ ਪੰਜਾਬ ਵਿੱਚ ਇੱਕ ਉਹਨਾਂ ਦਾ ਸਥਾਨ ਮਾਝੇ ਦੇ ਵਿੱਚ ਰਿਆੜਕੀ ਵਿੱਚ ਘੁਮਾਣ ਪੈਂਦਾ। ਡੇਰਾ ਬਿਆਸ ਤੋਂ ਲਗਭਗ 5-6 ਕਿਲੋਮੀਟਰ ਪਿੱਛੇ ਨੂੰ ਜਾਈਏ ਤੇ ਉੱਥੇ ਉਹ ਪਿੰਡ ਹੈ। ਉਸ ਜਗ੍ਹਾ 'ਤੇ ਭਗਤ ਨਾਮਦੇਵ ਜੀ ਦਾ ਸਥਾਨ ਕਿਉਂ ਬਣਿਆ? ਕਿਉਂਕਿ ਭਗਤ ਨਾਮਦੇਵ ਜੀ ਪ੍ਰਚਾਰ ਕਰਨ ਲਈ, ਪੰਜਾਬੀ ਲੋਕਾਂ ਨੂੰ ਉਪਦੇਸ਼ ਦੇਣ ਲਈ ਇੱਕ ਵਾਰੀ ਪੰਜਾਬ ਆਏ ਸਨ ਤੇ ਉੱਥੇ ਉਹਨਾਂ ਦੀ ਯਾਦ ਬਣੀ ਹੋਈ ਹੈ। ਨਾਮਦੇਵ ਜੀ ਦਾ ਸਥਾਨ ਬਣਿਆ ਹੋਇਆ ਹੈ। ਰੁਚਰ ਦੇਹਰਾ ਕਰਬੋ ਠਾਨ। ਬੜਾ ਸੁੰਦਰ ਦੇਹਰਾ ਬਣਿਆ ਹੋਇਆ ਭਗਤ ਜੀ ਦੀ ਯਾਦ ਵਿੱਚ, ਜਿਹੜਾ ਘੁਮਾਣ ਪਿੰਡ ਦੇ ਵਿੱਚ ਹੈ। ਬਿਨਾ ਕਬੀਰ ਭਗਤ ਜੋ ਔਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਹੈ। ਭਗਤ ਕਬੀਰ ਜੀ ਦੀ ਸਭ ਤੋਂ ਜ਼ਿਆਦਾ ਹੈ। ਉਹਨਾਂ ਤੋਂ ਬਾਅਦ ਭਗਤ ਨਾਮਦੇਵ ਜੀ ਦੇ 64 ਸ਼ਬਦ ਹਨ। ਸਭ ਕੇ ਬਿਖੈ ਲਖਿਓ ਸਿਰ ਮੋਰ। ਸੋ ਇਹ ਭਗਤ ਨਾਮਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੂਜੇ ਸਥਾਨ ਤੇ ਆਉਂਦੇ। ਜਿੱਥੇ ਵੀ ਭਗਤਾਂ ਦੀ ਬਾਣੀ ਆਉਂਦੀ, ਪਹਿਲਾਂ ਮਹਾਰਾਜ ਕਬੀਰ ਜੀ ਦੀ ਆਉਂਦੀ ਹੈ,
ਦੂਜੇ ਨੰਬਰ ਤੇ ਭਗਤ ਨਾਮਦੇਵ ਜੀ ਦੀ ਆਉਂਦੀ ਹੈ, ਤੇ ਫਿਰ ਤੀਸਰੇ ਨੰਬਰ ਤੇ ਭਗਤ ਰਵਿਦਾਸ ਜੀ ਦੀ ਬਾਣੀ ਆਉਂਦੀ ਹੈ। ਇਸ ਤਰ੍ਹਾਂ ਬਾਣੀ ਲਿਖੀ ਗੁਰੂ ਗ੍ਰੰਥ ਸਾਹਿਬ ਤੁਸੀਂ ਦਰਸ਼ਨ ਕਰ ਸਕਦੇ ਹੋ। ਸੋ ਭਗਤ ਨਾਮਦੇਵ ਜੀ ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ, ਤੇ ਉਹਨਾਂ ਦੀ ਜਗ੍ਹਾ ਹੈ ਘੁਮਾਣ ਪਿੰਡ ਦੇ ਵਿੱਚ। ਉਤਰ ਤੁਰਗ ਤੇ ਬੰਧਨ ਕੀਨ। ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੋਂ ਉਤਰ ਕੇ ਮੱਥਾ ਟੇਕਿਆ, ਉਸ ਜਗ੍ਹਾ ਨੂੰ ਨਮਸਕਾਰ ਕੀਤੀ। ਕਿਉਂ? ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਮਹਾਂਪੁਰਸ਼ ਪਰਮੇਸ਼ਰ ਦੇ ਪਿਆਰੇ ਸਾਧੂ ਬਹਿ ਜਾਂਦੇ ਹਨ, ਉਹ ਜਗ੍ਹਾ ਪੂਜਣੇ ਯੋਗ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਜਿਹੜੀ ਜਗ੍ਹਾ 'ਤੇ ਗੁਰਸਿੱਖਾਂ ਦੇ, ਗੁਰੂ ਦੇ ਪਿਆਰਿਆਂ ਦੇ, ਭਗਤਾਂ ਸੰਤਾਂ ਦੇ, ਰੱਬ ਦੇ ਭਗਤਾਂ ਦੇ ਚਰਨ ਪੈਂਦੇ ਨਾ, ਉਹ ਧਰਤੀ ਧੰਨ ਧੰਨ ਹੋ ਜਾਂਦੀ ਹੈ। ਸੋ ਉਸ ਧਰਤੀ ਨੂੰ ਛੇਵੇਂ ਪਾਤਸ਼ਾਹ ਘੋੜੇ ਤੋਂ ਉਤਰ ਕੇ ਨਮਸਕਾਰ ਕੀਤੀ ਹੈ। ਪ੍ਰਭ ਕੋ ਭਗਤ ਲਖਿਓ ਰਸ ਪੀਨ। ਇਹ ਪਰਮੇਸ਼ਰ ਦਾ ਭਗਤ ਸੀਗਾ। ਸਾਧ ਸੰਗਤ ਜੀ, ਇਸ ਦੁਨੀਆ 'ਚ ਰਾਜੇ ਮਹਾਰਾਜੇ ਅਮੀਰ ਅਰਬਾਂਪਤੀ ਕਰੋੜਾਂਪਤੀ ਹੋਣਗੇ, ਪਰ ਜਿਹੜੀ ਪਦਵੀ ਭਗਤਾਂ ਨੂੰ ਮਿਲੀ ਆ ਉਹ ਕਿਸੇ ਨੂੰ ਨਹੀਂ ਮਿਲੀ। ਬਾਣੀ 'ਚ ਲਿਖਿਆ ਭਗਤ ਬਰਾਬਰ ਔਰ ਨਾ ਕੋਏ। ਪੰਡਿਤ ਗੁਣੀ ਛਤਰਪਤ ਰਾਜਾ। ਪੰਡਿਤ ਪੜ੍ਹੇ ਲਿਖੇ ਨੂੰ ਕਹਿੰਦੇ ਆ, ਤੇ ਗੁਣੀ ਗੁਣਵਾਨ ਨੂੰ ਕਹਿੰਦੇ ਆ। ਛਤਰਪਤੀ ਜਿਹਦੇ ਸਿਰ ਤੇ ਛਤਰ ਝੂਲਦਾ ਹੋਵੇ, ਰਾਜਾ ਰੱਜਿਆ ਹੋਵੇ, ਕਹਿੰਦੇ ਇਹੋ ਜਿਹੇ ਸਾਰੇ ਗੁਣ ਹੋਣ, ਭਗਤੀ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ। ਤੇ ਉਹ ਐਡਾ ਵੱਡਾ ਰਾਜਾ ਮਹਾਰਾਜਾ, ਭਗਤ ਦੇ ਬਰਾਬਰ ਕੋਈ ਨਹੀਂ। ਭਗਤ ਬਰਾਬਰ ਔਰ ਨਾ ਕੋਈ, ਭਗਤ ਦੇ ਬਰਾਬਰ ਕੋਈ ਨਹੀਂ। ਇਹ ਭਗਤ ਨਾਮਦੇਵ ਜੀ ਮਹਾਂਪੁਰਸ਼ ਨੇ। ਗੁਰੂ ਹਰਗੋਬਿੰਦ ਸਾਹਿਬ ਕੋਲੋਂ ਦੇ ਲੰਘਣ ਲੱਗੇ। ਮਰਿਆਦਾ ਦੇਖੋ ਗੁਰੂਆਂ ਦੀ, ਸਾਨੂੰ ਸਿਖਾ ਰਹੇ ਆ। ਇਹ ਸਾਨੂੰ ਸਿਖਾ ਰਹੇ ਆ ਵੀ ਸੰਤਾਂ ਮਹਾਂਪੁਰਸ਼ਾਂ ਦੇ ਅਸਥਾਨ, ਗੁਰੂਆਂ ਦੇ ਅਸਥਾਨ, ਉੱਥੋਂ ਕੋਲੋਂ ਦੀ ਲੰਘਣਾ ਨਹੀਂ, ਰੁਕਣਾ। ਮੱਥਾ ਟੇਕੋ, ਦਰਸ਼ਨ ਕਰੋ, ਫਿਰ ਅੱਗੇ ਜਾਓ। ਅੱਜ ਕੱਲ੍ਹ ਗੱਡੀਆਂ ਕਾਰਾਂ ਨੇ। ਮਹਾਰਾਜ ਕੋਲ ਵੀ ਘੋੜਾ ਸੀ, ਲੰਘ ਵੀ ਸਕਦੇ ਸੀਗੇ, ਪਰ ਮਹਾਰਾਜ ਲੰਘੇ ਨਹੀਂ, ਰੁਕੇ ਨੇ। ਘੋੜੇ ਤੋਂ ਉਤਰ ਕੇ ਭਗਤ ਨਾਮਦੇਵ ਜੀ ਦੇ ਦਰਬਾਰ 'ਚ ਨਮਸਕਾਰ ਕੀਤੀ ਹੈ। ਜਥਾ ਮਤੰਗ ਮਨੀ ਕੇ ਆਸ਼ਰਮ। ਜਿਵੇਂ ਮਤੰਗ ਮੁਨੀ ਦੇ ਆਸ਼ਰਮ ਵਿੱਚ ਪਹੁੰਚੇ ਰਕਬਤ ਧਾਰ ਮਹਾਸ਼ਰਮ। ਸ੍ਰੀ ਰਾਮਚੰਦਰ ਜੀ ਬੜਾ ਸ਼ਰਮ ਕਰਕੇ, ਮਿਹਨਤ ਕਰਕੇ ਪਹੁੰਚੇ ਸਨ। ਮੁਨ ਸਥਾਨ ਕੋ ਬੰਧਨ ਕੀਨੀ। ਔਰ ਮਤੰਗ ਮੁਨੀ ਦੇ ਸਥਾਨ ਨੂੰ ਮੱਥਾ ਟੇਕਿਆ ਸੀ। ਤਥਾ ਰੀਤ ਇਹ ਠਾ ਸਭ ਚੀਨੀ। ਇਸੇ ਤਰ੍ਹਾਂ ਅੱਜ ਛੇਵੇਂ ਪਾਤਸ਼ਾਹ ਜੀ ਭਗਤ ਨਾਮਦੇਵ ਜੀ ਦੇ ਸਥਾਨ ਤੇ ਨਮਸਕਾਰ ਕੀਤੀ ਹੈ। ਕਰਤ ਸ਼ੀਗਰਤਾ ਪੰਥ ਮਝਾਰੀ। ਫਿਰ ਫਟਾਫਟ ਘੋੜੇ ਤੇ ਬੈਠੇ ਤੇ ਤੁਰ ਪਏ ਹਨ। ਬਸੇ ਨਿਸਾ ਇੱਕ ਗਏ ਅਗਾਰੀ। ਰਾਤ ਪੈ ਗਈ, ਰਸਤੇ 'ਚ ਰਹਿ ਕੇ ਉੱਥੇ ਸਥਾਨ ਬਣਿਆ ਹੋਇਆ। ਫਿਰ ਅਗਲੇ ਦਿਨ ਸਵੇਰੇ ਫਿਰ ਤੁਰ ਪਏ ਨੇ। ਗ੍ਰਾਮ ਸਮੀਪ ਜਬੈ ਪਹੁੰਚਿਓ। ਜਦੋਂ ਮਹਾਰਾਜ ਰਮਦਾਸ ਪਿੰਡ ਦੇ ਨੇੜੇ ਪਹੁੰਚੇ ਨੇ ਛੇਵੇਂ ਪਾਤਸ਼ਾਹ ਜੀ, ਦੇਖ ਦੂਰ ਤੇ ਇੱਕ ਨਰ ਗਇਓ। ਦੂਰੋਂ ਕੋਈ ਦੇਖ ਕੇ ਗਿਆ, ਇੱਕ ਬੰਦਾ ਬਾਬਾ ਬੁੱਢਾ ਜੀ ਨੂੰ ਖਬਰ ਦੇਣ ਵਾਸਤੇ। ਬ੍ਰਿਧ ਜੀ ਸ੍ਰੀ ਹਰਗੋਬਿੰਦ ਆਏ। ਮਹਾਰਾਜ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ, ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਨੇ। ਸੁਨਤ ਪ੍ਰੇਮ ਉਮਗਿਓ ਅਧਿਕਾਏ। ਜਦੋਂ ਮਹਾਰਾਜ ਦੇ ਆਉਣ ਦੀ ਖਬਰ ਸੁਣੀ ਨਾ, ਆਹਾ, ਬਾਣੀ 'ਚ ਬਚਨ ਲਿਖੇ, ਹਰ ਆਵਤੇ ਕੀ ਖਬਰ ਗੁਰ ਪਾਈ, ਮਨ ਤਨ ਆਨੰਦੋ ਆਨੰਦ ਪਏ। ਕਹਿੰਦੇ ਜਦੋਂ ਹਰ ਆਵਤੇ ਕੀ ਖਬਰ ਗੁਰ ਪਾ, ਹਰੀ ਪਰਮੇਸ਼ਰ ਸਤਿਗੁਰੂ ਆ ਰਹੇ ਨੇ, ਆਉਂਦੇ ਦੀ ਖਬਰ ਪਾਈ ਹੈ। ਮਨ ਤਨ ਆਨੰਦੋ ਆਨੰਦ ਪਏ। ਭਈ ਗਲਤਾਨ ਹਾਲ, ਨਿਹਾਲ 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 ਨਿਹਾਲ। ਬਾਬਾ ਬੁੱਢਾ ਜੀ ਦੇ ਰੋਮ ਰੋਮ ਵਿੱਚੋਂ ਆਨੰਦ ਦੇ ਫੁਹਾਰੇ ਫੁੱਟ ਪਏ ਹਨ। ਗੁਰੂ ਦੇ ਪਿਆਰ ਵਿੱਚ ਜਿੰਨੇ ਸਰੀਰ ਦੇ ਰੋਮ ਸਨ ਉਹ ਖੜੇ ਹੋ ਗਏ ਹਨ। ਹਾਂਜੀ, ਸਭ ਤਨ ਮਹਿ ਰੋਮਾਂਚ ਹੋਏ ਆਵਾ। ਜਿੰਨੇ ਸਰੀਰ ਦੇ ਰੋਮ ਸਨ, ਸਾਰੇ ਹੀ ਸਰੀਰ ਦੇ ਰੋਮ ਖੜੇ ਹੋ ਗਏ, ਰੁਮਾਵਲੀ ਹੋ ਗਈ ਹੈ। ਰੁਚਿਰ ਬਿਲੋਚਨ ਮਹਿ ਜਲ ਛਾਵਾ। ਬਾਬੇ ਬੁੱਢੇ ਸਾਹਿਬ ਜੀ ਦੀਆਂ ਸੋਹਣੀਆਂ ਸੋਹਣੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਆ ਗਏ ਨੇ। ਗੁਦਗਦ ਬਾਣੀ ਜਾਏ ਨ ਬੋਲਾ। ਤੇ ਬਾਬਾ ਬੁੱਢਾ ਸਾਹਿਬ ਦਾ ਗਲਾ ਪ੍ਰੇਮ ਨਾਲ ਭਰ ਗਿਆ ਹੈ। ਬਾਣੀ ਗਦ-ਗਦ ਹੋ ਗਈ ਹੈ ਤੇ ਬੋਲਿਆ ਨਹੀਂ ਜਾਂਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਕਿਹੋ ਜਿਹਾ ਆਨੰਦ ਆਉਂਦਾ ਸਾਧ ਸੰਗਤ ਜੀ ਭਗਤਾਂ ਨੂੰ
ਇਹ ਕੋਈ ਦੂਜਾ ਜਾਣ ਨਹੀਂ ਸਕਦਾ। ਸੰਸਾਰੀ ਲੋਕਾਂ ਨੂੰ, ਸਾਨੂੰ ਨਹੀਂ ਪਤਾ ਬਾਬਾ ਬੁੱਢਾ ਜੀ ਨੂੰ ਕੀ ਰਸ ਆਇਆ ਹੋਵੇਗਾ ਜਦੋਂ ਹਰ ਆਪ ਤੇ ਕੀ ਖਬਰ ਗੁਰ ਪਾਈ। ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਦੀ ਖਬਰ ਮਿਲੀ। ਹਾਂਜੀ, ਮਨੋਂ ਪ੍ਰੇਮ ਪੂਰਨ ਭਰ ਤੋਲਾ। ਬਾਬਾ ਬੁੱਢਾ ਸਾਹਿਬ ਜੀ ਮਾਨੋ ਪ੍ਰੇਮ ਦੇ ਚ ਪਰਿਪੂਰਨ ਹੋ ਗਏ, ਭਰ ਗਏ। ਰੋਮ ਰੋਮ 'ਚ ਪ੍ਰੇਮ ਦੀਆਂ ਫੁਹਾਰਾਂ ਫੁੱਟਣ ਲੱਗੀਆਂ। ਉੱਠ ਕਰ ਗਮਨਿਓ ਭਇਓ ਸਥੰਬਾ। ਬਾਬਾ ਜੀ ਭਾਵੇਂ ਬਿਰਧ ਬਹੁਤ ਹੋ ਗਏ ਸੀ, 125 ਸਾਲ ਤੋਂ ਉੱਤੇ ਉਮਰ ਹੋ ਗਈ ਸੀ, ਤੇ ਬਾਬਾ ਜੀ ਨਾ ਉੱਠ ਨਹੀਂ ਸੀ ਸਕਦੇ, ਪਰ ਉੱਠੇ, ਮੰਜੇ ਤੋਂ ਉੱਠ ਕੇ ਖੜੇ ਹੋ ਗਏ। ਚਲਤ ਨ ਪਗ ਮਨ ਮਾਨ ਅਜੰਬਾ। ਤੇ ਕਹਿੰਦੇ ਸਰੀਰ ਜਿਹੜਾ ਹੁਣ ਸਾਥ ਨਹੀਂ ਦਿੰਦਾ, ਤੁਰਿਆ ਨਹੀਂ ਜਾਂਦਾ, ਪਰ ਤੁਰਨ ਦੀ ਕੋਸ਼ਿਸ਼ ਕਰਦੇ ਨੇ। ਥਕਤ ਹੋਏ ਕਰ ਤਹ ਹੀ ਬੈਸਾ। ਤੇ ਇਦਾਂ ਨਾ 2-4 ਕਦਮ ਤੁਰ ਕੇ ਆਪਣੇ ਮੰਜੇ ਤੋਂ ਬਾਹਰ ਵਿਹੜੇ 'ਚ ਆ ਗਏ। ਵਿਹੜੇ ਵਿੱਚ ਜਦੋਂ ਆ ਕੇ ਤੁਰਨ ਲੱਗੇ, ਤੁਰਿਆ ਨਹੀਂ ਗਿਆ, ਉੱਦਾਂ ਹੀ ਥੱਲੇ ਜ਼ਮੀਨ ਤੇ ਭੁੰਜੇ ਹੀ ਬੈਠ ਗਏ ਨੇ। ਸਗਲ ਸਰੀਰ ਪਨ ਸਫਲ ਜੈਸਾ। ਬਾਬਾ ਜੀ ਦਾ ਸਰੀਰ ਇੱਦਾਂ ਜਿਵੇਂ ਸਾਧ ਸੰਗਤ ਜੀ ਕਟਹਲ ਦੇ ਉੱਤੇ ਤੁਸੀਂ ਦੇਖਿਆ ਹੋਣਾ, ਇੱਕ ਕਟਲ ਹੁੰਦਾ, ਉਹਦੇ ਸਬਜ਼ੀ ਵੀ ਬਣਦੀ ਹੈ, ਉੱਤੇ ਕੰਡੇ 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 ਹੁੰਦੇ ਨੇ। ਬਾਬਾ ਜੀ ਦੇ ਸਾਰੇ ਸਰੀਰ ਦੇ ਉੱਤੇ ਪ੍ਰੇਮ ਦੇ ਨਾਲ ਨਾ ਇੱਦਾਂ ਰੋਮ ਖੜੇ ਹਨ। ਹਾਂਜੀ, ਮੂੰਦ ਬਿਲੋਚਨ ਰੇ ਲਸ ਧਿਆਨਾ। ਅੱਖਾਂ ਬੰਦ ਹੋ ਗਈਆਂ ਨੇ ਤੇ ਧਿਆਨ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਚਰਨਾਂ ਨੂੰ ਪਕੜੀ ਬੈਠੇ ਨੇ, ਉਹਦਾ ਰਸ ਮਾਣ ਰਹੇ ਨੇ। ਭਇਓ ਪ੍ਰੇਮ ਤੇ ਬਿਬਸ ਮਹਾਨਾ। ਬਾਬਾ ਬੁੱਢਾ ਜੀ ਪ੍ਰੇਮ ਵਿੱਚ ਬੇਵਸ ਹੋ ਗਏ ਨੇ। ਦਰਸ਼ਨ ਦੇਖਤ ਹੀ ਸੁਧ ਕੀ ਨ ਸੁਧ ਰਹੀ, ਬੁੱਧ ਕੀ ਨ ਬੁੱਧ ਰਹੀ, ਮਤ ਮੈਂ ਨ ਮਤ ਹੈ। ਆਪਣੇ ਆਪ ਦਾ ਪਤਾ ਨਹੀਂ ਰਿਹਾ। ਹਾਂਜੀ, ਇਤਨੇ ਮਹਿ ਗੁਰ ਗਏ ਆਵਾਸ। ਇਹਨੇ ਨੂੰ ਛੇਵੇਂ ਪਾਤਸ਼ਾਹ ਵਿਹੜੇ 'ਚ ਆ ਵੜੇ ਹਨ। ਸੰਗ ਲੈ ਵਿਧਿਆ ਗੁਰਦਾਸ। ਨਾਲ ਭਾਈ ਵਿਧੀ ਚੰਦ ਤੇ ਭਾਈ ਗੁਰਦਾਸ ਜੀ ਹਨ। ਅਚਲ ਸਮਾਧ ਮਨਹੁ ਚਰਕਾਲਾ। ਤੇ ਅੱਗੇ ਬਾਬਾ ਜੀ ਦੀ ਸਮਾਧੀ ਲੱਗੀ ਹੋਈ, ਬੈਠੇ ਨੇ ਧਰਤੀ ਦੇ ਉੱਤੇ, ਵਿਹੜੇ ਵਿੱਚ ਭੁੰਜੇ ਹੀ ਬੈਠੇ ਨੇ, ਉਡੀਕ ਰਹੇ ਨੇ ਸੱਚੇ ਪਾਤਸ਼ਾਹ ਨੂੰ। ਇੰਜ ਲੱਗਦਾ ਜਿਵੇਂ ਕਈ ਯੁੱਗਾਂ ਦਾ ਕੋਈ ਮੁਨੀ ਸਮਾਧੀ ਲਾ ਕੇ ਬੈਠਾ ਹੋਵੇ। ਬੈਠਿਓ ਜੋਗੀ ਕੋਏ ਵਿਸਾਲਾ। ਕੋਈ ਮਹਾਜੋਗੀ ਯੋਗ ਧਿਆਨ ਵਿੱਚ ਇਕਾਗਰ ਬਿਰਤੀ ਕਰਕੇ ਬੈਠਾ, ਸੰਸਾਰ ਵੱਲੋਂ ਸਾਰੀਆਂ ਬਿਰਤੀਆਂ ਨੂੰ ਜਿਸ ਨੇ ਸਮਾਹਿਤ ਕਰ ਲਿਆ ਹੋਵੇ, ਸੰਕੋਚ ਲਿਆ ਹੋਵੇ, ਇਹੋ ਜਿਹਾ ਮਹਾਜੋਗੀ ਧੰਨ ਬਾਬਾ ਬੁੱਢਾ ਜੀ ਬੈਠੇ ਹਨ। ਦੇਖਤ ਰਹਿ ਗਏ ਠਾਂਡੇ ਸੁਆਮੀ। ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਜੀ ਨੂੰ ਇਸ ਤਰ੍ਹਾਂ ਬੈਠਿਆਂ ਵੇਖ ਕੇ ਦੇਖਦੇ ਹੀ ਰਹਿ ਗਏ, ਖੜੇ ਹੀ ਰਹਿ ਗਏ। ਸੱਚੇ ਪਾਤਸ਼ਾਹ ਵੇਖ ਰਹੇ, ਸਾਹਮਣੇ ਬੈਠਾ ਬ੍ਰਹਮ ਗਿਆਨੀ ਮਹਾਪੁਰਸ਼, ਮਹਾਜੋਗੀ, ਮਹਾ ਤਪਸਵੀ, ਗੁਰੂ ਘਰ ਦਾ ਮਹਾਨ ਗੁਰਸਿੱਖ ਬਾਬਾ ਬੁੱਢਾ ਵਿਹੜੇ ਦੇ ਵਿੱਚ ਬੈਠੇ ਨੇ। ਤੇ ਮਹਾਰਾਜ ਦਰਵਾਜ਼ੇ 'ਚ ਆ ਕੇ ਖੜੇ ਹੋ ਗਏ ਨੇ। ਮਹਾਰਾਜ ਨੂੰ ਵੀ ਆਪਣਾ ਆਪ ਭੁੱਲ ਗਿਆ, ਮਹਾਰਾਜ ਨੂੰ ਵੀ ਨਹੀਂ ਪਤਾ ਵੀ ਕੀ ਖੇਡ ਹੋ ਰਹੀ ਹੈ। ਉਧਰ ਬਾਬਾ ਜੀ ਦੀ ਸਮਾਧੀ ਲੱਗੀ, ਇੱਧਰ ਮਹਾਰਾਜ ਦੀ ਵੀ ਸਮਾਧੀ ਲੱਗੀ ਹੈ। ਹਾਂਜੀ, ਲਖੀਰ ਦਾ ਗਤ ਅੰਤਰ ਜਾਮੀ। ਅੰਤਰ ਜਾਮੀ ਜਾਣੀ ਜਾਣ ਗਏ ਨੇ ਕਿ ਬਾਬਾ ਜੀ ਦੀ ਅੰਦਰਲੀ ਅਵਸਥਾ ਕਿੱਥੇ ਪਹੁੰਚ ਚੁੱਕੀ ਹੈ। ਅਦਕ ਪ੍ਰੇਮ ਗੁਰ ਕੇ ਔਰ ਆਵਾ। ਤੇ ਛੇਵੇਂ ਪਾਤਸ਼ਾਹ ਦੇ ਵੀ ਨਾ ਸਰੀਰ ਦੇ ਵਿੱਚ ਉਸ ਤਰ੍ਹਾਂ ਹੀ ਪ੍ਰੇਮ ਦੇ ਫੁਹਾਰੇ ਫੁੱਟਣ ਲੱਗ ਪਏ। ਬਹੁਤ ਹੀ ਪ੍ਰੇਮ ਹੁੰਦਾ ਸੀ ਬਾਬਾ ਜੀ ਨਾਲ ਮਹਾਰਾਜ ਛੇਵੇਂ ਪਾਤਸ਼ਾਹ। ਜਦੋਂ ਵੀ ਮਿਲਦੇ ਸੀ ਇੱਕ ਦੂਜੀ ਨੂੰ ਮੱਥਾ ਟੇਕਦੇ ਸੀ। ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਦੇ ਸੀ ਤੇ ਛੇਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ। ਕੈਸਾ ਸੀਨ ਹੁੰਦਾ ਸੀ, ਜਿਨ੍ਹਾਂ ਨੇ ਵੇਖਿਆ ਉਹ ਧੰਨ ਹੋਣਗੇ। ਹਾਂਜੀ, ਦੋਨ ਬਿਲੋਚਨ ਜਬ ਭਰ ਆਵਾ। ਛੇਵੇਂ ਪਾਤਸ਼ਾਹ ਦੀਆਂ ਅੱਖਾਂ 'ਚ ਹੰਝੂ ਆ ਗਏ, ਦੋਵੇਂ ਨੇਤਰ ਭਰ ਗਏ। ਬਾਬਾ ਜੀ ਸਾਹਮਣੇ ਸਮਾਧੀ 'ਚ ਬੈਠੇ ਨੇ। ਬਾਬਾ ਜੀ ਅੰਤਰਮੁਖੀ ਧਿਆਨ ਲਾ ਕੇ ਬੈਠੇ ਛੇਵੇਂ ਪਾਤਸ਼ਾਹ ਦੇ ਸਰੂਪ ਦਾ। ਤੇ ਛੇਵੇਂ ਪਾਤਸ਼ਾਹ ਬਾਬਾ ਜੀ ਦਾ ਸਰੂਪ ਵੇਖ ਕੇ ਉਸ ਪ੍ਰੇਮ ਵਿੱਚ ਭਿੱਜ ਗਏ ਨੇ। ਦੋਵਾਂ ਹੀ ਅੱਖਾਂ ਵਿੱਚ, ਸਤਿਗੁਰਾਂ ਦੇ ਦੋਵਾਂ ਹੀ ਨੇਤਰਾਂ ਵਿੱਚ ਪਿਆਰ ਦਾ ਜਲ ਛਲਕ ਉੱਠਿਆ ਹੈ। ਨਹਿ ਕੁਛ ਕਹਿਓ ਗਇਓ ਰਹਿ ਖਰੇ। ਬਾਬਾ ਜੀ ਨੂੰ ਵੇਖ ਕੇ ਨਾ ਕੁਝ ਕਿਹਾ ਨਹੀਂ ਗਿਆ, ਮਹਾਰਾਜ ਛੇਵੇਂ ਪਾਤਸ਼ਾਹ ਜੀ ਕੋਲੋਂ ਕੁਝ ਬੋਲਿਆ ਨਹੀਂ ਗਿਆ। ਹਾਂਜੀ, ਤਬ ਗੁਰਦਾਸ ਬਿਰਧ ਭਗਤ ਰੇ। ਤੇ ਭਾਈ ਗੁਰਦਾਸ ਜੀ ਅੱਗੇ ਵਧੇ ਹਨ।
ਹਾਂਜੀ। ਕਰ ਬੰਧਨ ਕੋ ਕੁਛ ਕਹਿਲਾਏ। ਤੇ ਭਾਈ ਗੁਰਦਾਸ ਨੇ ਬਾਬੇ ਬੁੱਢੇ ਦੇ ਪੈਰਾਂ ਤੇ ਹੱਥ ਰੱਖ ਕੇ ਨਾ ਮੱਥਾ ਟੇਕ ਕੇ ਥੋੜਾ ਹਿਲਾਇਆ ਬਾਬਾ ਜੀ ਨੂੰ। ਪੰਕਜ ਸੇ ਲੋਚਨ ਬਿਕਸਾਏ। ਜਦੋਂ ਭਾਈ ਗੁਰਦਾਸ ਜੀ ਨੇ ਚਰਨਾਂ ਨੂੰ ਮੱਥਾ ਟੇਕਿਆ, ਭਾਈ ਬੁੱਢਾ ਜੀ ਦੀਆਂ ਅੱਖਾਂ ਖੁੱਲੀਆਂ, ਨੇਤਰ ਖਿੜੇ ਹਨ। ਪ੍ਰੇਮ ਬਿਵਸ ਜਬ ਸਤਿਗੁਰ ਹੇਰੇ। ਸਾਹਮਣੇ ਛੇਵੇਂ ਪਾਤਸ਼ਾਹ ਖੜੇ ਨੇ ਤੇ ਛੇਵੇਂ ਪਾਤਸ਼ਾਹ ਦੀਆਂ ਅੱਖਾਂ ਭਰੀਆਂ ਹੋਈਆਂ ਨੇ ਤੇ ਪ੍ਰੇਮ ਵਿੱਚ ਬੇਵੱਸ ਹੋਏ ਖੜੇ ਨੇ। ਤੂਰਨ ਗਹੇ ਪਾਏ ਤਿਸ ਵੇਰੇ। ਤੇ ਬਾਬਾ ਬੁੱਢਾ ਜੀ ਔਲ ਕੇ ਅੱਗੋਂ ਦੀ ਨਾ ਮਹਾਰਾਜ ਦੇ ਚਰਨ ਫੜ ਲਏ, ਛੇਵੇਂ ਪਾਤਸ਼ਾਹ ਦੇ ਚਰਨ ਫੜ ਲਏ। ਨੰਮਰ ਭਏ ਸ੍ਰੀ ਹਰਗੋਬਿੰਦ। ਤੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਹੀ ਬੈਠ ਗਏ, ਨੀਵੇਂ ਹੋ ਗਏ, ਝੁਕ ਗਏ। ਗਹੇ ਬ੍ਰਿਧ ਕੇ ਪਦ ਅਰਬਿੰਦ। ਬਾਬਾ ਜੀ ਨੇ ਗੁਰੂ ਸਾਹਿਬ ਦੇ ਚਰਨ ਫੜੇ ਸੀ ਤੇ ਗੁਰੂ ਸਾਹਿਬ ਨੇ ਬਾਬਾ ਜੀ ਦੇ ਚਰਨ ਫੜ ਲਏ। ਬੈਠਣ ਕੇ ਸਥਾਨ ਲੈ ਗਏ। ਤੇ ਬਾਬਾ ਬੁੱਢਾ ਜੀ ਨੂੰ ਇਸ ਤਰ੍ਹਾਂ ਸਹਾਰਾ ਲਾ ਕੇ ਨਾ ਮਹਾਰਾਜ ਕਹਿੰਦੇ, ਉੱਠੋ ਮਹਾਂਪੁਰਸ਼ੋ, ਇੱਥੇ ਮਿੱਟੀ ਤੇ ਭੁੰਜੇ ਬੈਠੇ ਹੋ, ਅੰਦਰ ਬਹਿਣ ਦੀ ਥਾਂ ਤੇ ਜਿੱਥੇ ਬਾਬਾ ਜੀ ਦਾ ਪਲੰਘਾ ਸੀ, ਬਾਬਾ ਬੁੱਢਾ ਜੀ ਦਾ ਆਸਣ ਸੀ, ਉੱਥੇ ਲੈ ਗਏ। ਸਭ ਸਿੱਖ ਬ੍ਰਿਧ ਕੋ ਬੰਦਤ ਭਏ। ਸਾਰੀ ਸੰਗਤ ਜਿੰਨੇ ਮਹਾਰਾਜ ਨਾਲ ਫੌਜੀ ਆਏ ਸੀ, ਸਿੱਖ ਆਏ ਸੀ, ਯੋਧੇ, ਸਾਰਿਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੱਥਾ ਟੇਕਿਆ। ਤਹ ਕੇ ਸਿੱਖ ਗੁਰ ਕੋ ਕਿਆ ਨਮੋ। ਰਮਦਾਸ ਪਿੰਡ ਦੇ ਸਿੱਖਾਂ ਨੇ ਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ। ਬੈਠਤ ਭਏ ਬ੍ਰਿੰਦ ਤਹ ਸਮੋ। ਸਾਰੇ ਹੀ ਬੈਠ ਗਏ, ਰਮਦਾਸ ਵਾਲੇ ਵੀ ਬੈਠ ਗਏ ਤੇ ਗੁਰੂ ਸਾਹਿਬ ਦੇ ਨਾਲ ਜਿਹੜੇ ਸਿੱਖ ਗਏ ਸੀ, ਫੌਜਾਂ ਗਈਆਂ ਸੀ, ਉਹ ਵੀ ਸੱਜ ਗਈਆਂ। ਬ੍ਰਿਧ ਸਾਹਿਬ ਕਰ ਜੋਰ ਉਚਾਰੀ। ਜਦੋਂ ਸਾਰੇ ਬੈਠ ਗਏ, ਸ਼ਾਂਤੀ ਹੋ ਗਈ, ਬਾਬਾ ਬੁੱਢਾ ਜੀ ਹੱਥ ਜੋੜ ਕੇ ਬੋਲੇ, ਇਹ ਕੁਛ ਰੀਤ ਨਹੀਂ ਨ ਤੁਮਾਰੀ। ਤੁਹਾਨੂੰ ਸੱਚੇ ਪਾਤਸ਼ਾਹ, ਤੁਹਾਨੂੰ ਇਹ ਤੁਹਾਡੀ ਕੋਈ ਨਵੀਂ ਰੀਤ ਨਹੀਂ। ਹਰ ਯੁੱਗ ਵਿੱਚ ਆਪਣੇ ਭਗਤਾਂ ਦੀ ਲਾਜ ਰੱਖਦੇ ਰਹੇ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਮਹਾਰਾਜ ਹਰ ਯੁੱਗ ਵਿੱਚ ਆਪ ਜੀ ਇਸ ਤਰ੍ਹਾਂ ਹੀ ਕਰਦੇ ਆਏ ਹੋ। ਦਾਸਨ ਬਸ ਹੋਏ ਕਰਨਾ ਕਰਹੋ। ਆਪਣੇ ਪ੍ਰੇਮੀਆਂ ਦੇ, ਆਪਣੇ ਦਾਸਾਂ ਦੇ ਵਸ ਵਿੱਚ ਰਹਿੰਦੇ ਹੋ। ਰੱਬ ਭਗਤਾਂ ਨੇ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ। ਸਾਧ ਸੰਗਤ ਜੀ, ਰੱਬ ਕਿਸੇ ਤਰ੍ਹਾਂ ਵਸ ਨਹੀਂ ਆਉਂਦਾ। ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ। ਭਾਵੇਂ ਕੋਈ ਤੀਰਥਾਂ ਦੇ ਨਹਾਉਂਦਾ ਫਿਰੇ, ਪਰਮੇਸ਼ਰ ਵਸ ਨਹੀਂ ਆਉਂਦਾ। ਸਾਰੀ ਧਰਤੀ ਦਾ ਚੱਕਰ ਲਾਉਂਦਾ ਫਿਰੇ ਤਾਂ ਵੀ ਪਰਮੇਸ਼ਰ ਵਸ ਨਹੀਂ ਆਉਂਦਾ। ਕੋਈ 4 ਵੇਦ ਜ਼ਬਾਨੀ ਪੜ੍ਹ ਲਵੇ ਤਾਂ ਵੀ ਵਸ ਨਹੀਂ ਆਉਂਦਾ। ਕੋਈ ਘਿਰਣਾ ਕਰਕੇ, ਨਫ਼ਰਤ ਕਰਕੇ ਪਰੇ 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 ਹੋ, ਮੈਂ ਬੜਾ ਸੁੱਚਾ, ਮੈਂ ਬੜਾ ਪਵਿੱਤਰ ਹਾਂ, ਇੱਦਾਂ ਕਰਨ ਨਾਲ ਵੀ, ਸੁੱਚਮ ਰੱਖਣ ਨਾਲ ਵੀ ਵਸ ਨਹੀਂ ਆਉਂਦਾ। ਕਹਿੰਦੇ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਬਸ ਜਿਨ੍ਹਾਂ ਦੇ ਅੰਦਰ ਭਗਤੀ ਹੁੰਦੀ, ਪਿਆਰ ਹੁੰਦਾ, ਉਹਨਾਂ ਦੇ ਵਸ ਰਹਿੰਦੇ ਹੋ। ਕਛੂ ਨ ਲੋਕ ਲਾਜ ਕੋ ਧਰਹੋ। ਮਹਾਰਾਜ ਜਦੋਂ ਭਗਤਾਂ ਦਾ ਸਵਾਲ ਆਉਂਦਾ, ਉਦੋਂ ਲੋਕ ਲਾਜ ਵੀ ਨਹੀਂ ਵੇਖਦੇ। ਉਦੋਂ ਦੁਨੀਆ ਕੀ ਕਹੇਗੀ, ਸਮਾਜ ਕੀ ਕਹੇਗਾ, ਨਹੀਂ ਪਰਵਾਹ ਕਰਦੇ। ਫਿਰ ਤਾਂ ਆਪਣੇ ਭਗਤਾਂ ਕੋਲ ਦੌੜੇ ਹੀ ਆਉਂਦੇ ਹੋ। ਬਿਰਧ ਸੰਭਾਰ ਆਪਨੋ ਆਏ। ਅੱਜ ਬੜੀ ਕਿਰਪਾ ਕੀਤੀ, ਗਰੀਬ ਨਵਾਜ ਆਪਣੇ ਗਰੀਬ ਸੇਵਕ ਨੂੰ ਦਰਸ਼ਨ ਦੇਣ ਲਈ ਆ ਗਏ ਹੋ। ਮੈਂ ਕੁਛ ਵੀ ਨਹੀਂ ਹਾਂ ਮਹਾਰਾਜ, ਨਾ ਚੀਜ਼, ਸੇਵਕ ਹਾਂ ਤੁਹਾਡਾ। ਤੁਸੀਂ ਤਿੰਨਾਂ ਲੋਕਾਂ ਦੇ ਮਾਲਕ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਸਾਰੀ ਸ੍ਰਿਸ਼ਟੀ ਦੇ ਮਾਲਕ ਹੋ, ਪਰ ਨਿਮਾਣਿਆਂ ਨੂੰ ਮਾਣ ਦਿੰਦੇ ਹੋ। ਮੇਰੋ ਅੰਤ ਸਮਾਂ ਨੇਰਾਏ। ਮਹਾਰਾਜ ਮੇਰਾ ਅੰਤ ਸਮਾਂ ਨੇੜੇ ਆ ਗਿਆ। ਇਹ ਸਰੀਰ ਕਰਕੇ ਮੇਰਾ ਆਤਮਾ ਦਾ ਤਾਂ ਕੋਈ ਅੰਤ ਸਮਾਂ ਨਹੀਂ ਹੈ, ਪਰ ਮੇਰਾ ਇਹ ਸਰੀਰ ਦਾ, ਇਸ ਵਜੂਦ ਦਾ, ਜਿਸ ਦਾ ਨਾਮ ਬੁੱਢਾ ਰੱਖਿਆ ਹੋਇਆ, ਇਸ ਵਜੂਦ ਦਾ ਅੰਤ ਸਮਾਂ ਆ ਗਿਆ। ਹਾਂਜੀ, ਕਿਰਪਾ ਧਾਰ ਦਰਸ਼ਨ ਕੋ ਦੀਨਾ। ਬੜੀ ਕਿਰਪਾ ਕੀਤੀ ਹੈ। ਇਹ ਸਰੀਰ ਛੱਡਣ ਤੋਂ ਪਹਿਲਾਂ ਤੁਹਾਡੇ ਦਰਸ਼ਨ ਹੋ ਗਏ। ਆਪ ਕਿਰਪਾ ਕਰਕੇ ਆ ਦਰਸ਼ਨ ਦਿੱਤੇ ਹਨ ਜੀ। ਨਿਤ ਸਿੱਖਨ ਬਸ ਗੁਰੂ ਪ੍ਰਬੀਨਾ। ਮਹਾਰਾਜ
हे ਗੁਰੂ ਜੀ ਤੁਸੀਂ ਆਪਣੇ ਸਿੱਖਾਂ ਦੇ ਨਿੱਤ ਹੀ ਵਸ ਰਹਿੰਦੇ ਹੋ। ਗੁਰੂ ਕਿਸੇ ਦੇ ਵਸ ਨਹੀਂ। ਸਾਧ ਸੰਗਤ ਜੀ, ਕੋਈ ਕਵੇ ਨਾ ਮੈਂ ਬੜੇ ਪੈਸੇ ਵਾਲਾ ਅਤੇ ਮੈਂ ਗੁਰਦੁਆਰੇ 'ਚ ਲੰਗਰ ਲਾ ਕੇ ਰੱਬ ਨੂੰ ਵਸ ਕਰ ਲਾਂਗਾ, ਮੈਂ ਗੁਰੂ ਘਰ 'ਚ ਕੋਈ ਖੰਡ ਪਾਠ ਕਰਾ ਕੇ ਵਸ ਕਰ ਲਾਂਗਾ। ਸਾਧ ਸੰਗਤ ਜੀ, ਇੱਕ ਪ੍ਰੇਮ ਦੇ ਨਾਲ ਇੱਕ ਦਮੜਾ, ਇੱਕ ਕੌਡੀ ਕੋਈ ਰੱਖ ਦੇਵੇ, ਪ੍ਰੇਮ ਨਾਲ ਇੱਕ ਪੈਨੀ ਗੁਰੂ ਵਸ ਆ ਸਕਦਾ, ਪਰ ਹੋਵੇ ਪ੍ਰੇਮ ਨਾਲ। ਆਖੋ ਸ੍ਰੀ ਵਾਹਿਗੁਰੂ। ਪ੍ਰੇਮ ਤੋਂ ਬਿਨਾਂ ਕੱਖ ਵੀ ਨਹੀਂ। ਪ੍ਰੇਮ ਕਰੇ ਸਿਮਰੇ ਸਤਨਾਮ, ਪ੍ਰੇਮ ਬਿਨਾ ਫੋਕੇ ਸਭ ਕਾਮ। ਪ੍ਰੇਮ ਨਾਲ ਵਾਹਿਗੁਰੂ ਆਖੇ ਇੱਕ ਵਾਰੀ ਪ੍ਰਵਾਨ ਹੈ। ਪ੍ਰੇਮ ਤੋਂ ਬਿਨਾਂ ਲੱਖਾਂ ਵਾਰੀ ਵੀ ਆਖੀ ਜਾਵੇ ਗੱਲ ਨਹੀਂ ਬਣਦੀ। ਮਹਾਰਾਜ ਤੁਸੀਂ ਆਪਣੇ ਪਿਆਰਿਆਂ ਦੇ ਵਸ ਵਿੱਚ ਹੋ। ਸੁਣ ਸ੍ਰੀ ਗੁਰੂ ਸ਼ੁਭ ਉੱਤਰ ਦੀਨਾ। ਬਾਬੇ ਬੁੱਢੇ ਸਾਹਿਬ ਜੀ ਦੇ ਪਿਆਰ ਦੇ, ਨਿਮਰਤਾ ਦੇ ਬੋਲ ਸੁਣ ਕੇ ਛੇਵੇਂ ਪਾਤਸ਼ਾਹ ਉੱਤਰ ਦਿੰਦੇ ਹਨ, ਬੋਲੇ ਹਨ ਮਹਾਰਾਜ ਜੀ, ਤੁਮ ਸਿੱਖੀ ਮਗ ਉਜਲ ਕੀਨਾ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ ਬਾਬਾ ਬੁੱਢਾ ਜੀ, ਤੁਸੀਂ ਸਿੱਖੀ ਪੰਥ ਨੂੰ ਉਜਲ ਕਰ ਦਿੱਤਾ ਹੈ। ਸਿੱਖੀ ਦਾ ਤੁਸੀਂ ਧੁਰਵਾ ਹੋ। ਅਸਲ ਸਿੱਖ ਕੀ ਹੁੰਦਾ ਹੈ ਤੁਸੀਂ ਨਮੂਨੇ ਪੇਸ਼ ਕੀਤੇ ਹਨ। ਹਾਂਜੀ, ਰਾਵਰ ਕੋ ਆਚਰਨ ਅਗੈ ਗੈ ਹੈਂਗੇ। ਆਹ ਬਾਬਾ ਜੀ, ਰਹਿੰਦੀ ਦੁਨੀਆ ਤੱਕ ਜਿਹੜੇ ਜਿਹੜੇ ਲੋਕ ਤੁਹਾਡੀ ਕਥਾ ਸੁਣਨਗੇ, ਤੁਹਾਡਾ ਨਾਂ ਸੁਣਨਗੇ, ਤੁਹਾਡੇ ਸਥਾਨਾਂ ਦੇ ਦਰਸ਼ਨ ਕਰਨਗੇ, ਬਾਬਾ ਬੁੱਢਾ ਜੀ ਦੀ ਬੀੜ ਸਾਹਿਬ, ਕੱਥੂ ਨੰਗਲ, ਰਮਦਾਸ ਜਾਂ ਗੁਰੂ ਕੇ ਇਤਿਹਾਸੀ ਸਥਾਨਾਂ ਦੇ ਜਿੱਥੇ ਜਿੱਥੇ ਤੁਹਾਡਾ ਪ੍ਰਸੰਗ ਆਵੇਗਾ ਸੁਣਨਗੇ, ਉਹਨਾਂ ਨੂੰ ਸਿੱਖੀ ਪ੍ਰਾਪਤ ਹੋਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਸਿੱਖੀ ਪ੍ਰਾਪਤ ਹੋਣੀ ਕਥਾ ਸੁਣ ਕੇ, ਕੀਰਤਨ ਸੁਣ ਕੇ, ਬਾਣੀ ਸੁਣ ਕੇ। ਗੱਲਾਂ ਬਾਤਾਂ ਨਾਲ ਸਿੱਖੀ ਨਹੀਂ ਪ੍ਰਾਪਤ ਹੋਣੀ। ਫੇਸਬੁੱਕ 'ਤੇ ਵਟਸਐਪ 'ਤੇ ਆਪਾਂ ਲੜੀ ਜਾਈਏ ਤਾਂ ਸਿੱਖੀ ਥੋੜ੍ਹਾ ਮਿਲ ਚੱਲੀ ਹੈ। ਸਿੱਖੀ ਦਾ ਮਹਾਂਪੁਰਸ਼ਾਂ ਦੇ, ਜੀਵਨ ਵਾਲੇ ਗੁਰਸਿੱਖਾਂ ਦੇ ਇਤਿਹਾਸ ਨੂੰ ਸੁਣ ਕੇ ਮਿਲਣੀ। ਮਹਾਰਾਜ ਕਹਿੰਦੇ ਬਾਬਾ ਜੀ ਤੁਹਾਡੀ ਕਥਾ ਸੁਣ ਕੇ ਸਿੱਖ ਬਣਿਆ ਕਰਨਗੇ। ਹਾਂਜੀ, ਸੋ ਸਿੱਖ ਅਗਬੰਨੀ ਨ ਦਹੈਂਗੇ। ਜਿਹੜੇ ਤੁਹਾਡੀ ਕਥਾ ਸੁਣਨਗੇ, ਤੁਹਾਡੇ ਮਾਰਗ 'ਤੇ ਚੱਲਣਗੇ ਮਹਾਂਪੁਰਸ਼ੋ, ਉਹ ਪਾਪਾਂ ਦੀ ਅੱਗ 'ਚ ਨਹੀਂ ਸੜਨਗੇ। ਪਾਪਾਂ ਦੀ ਅੱਗ ਉਹਨਾਂ ਨੂੰ ਸਾੜ ਨਹੀਂ ਸਕੇਗੀ। ਜਿਹੜੇ ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ ਕਹਿਣਗੇ ਤੇ ਬਾਬਾ ਬੁੱਢਾ ਜੀ ਦੀ ਕਥਾ ਸੁਣਨਗੇ, ਉਹਨਾਂ ਦਾ ਜੀਵਨ ਸੁਣਨਗੇ। ਤੋਰ ਨਾਮ ਲੈ ਸਿੱਖੀ ਧਰੈ। ਹੇ ਬਾਬਾ ਜੀ, ਤੁਹਾਡਾ ਨਾਂ ਲੈਣ ਨਾਲ ਹੀ ਸਿੱਖੀ ਪ੍ਰਾਪਤ ਹੋ ਜਾਏਗੀ। ਹਾਂਜੀ, ਕਹੋ ਕਹਿਓ ਨ ਭਵ ਸਾਗਰ ਤਰੈ। ਜਿਹੜਾ ਤੁਹਾਡਾ ਨਾਂ ਲਏਗਾ ਉਹ ਭਵ ਸਾਗਰ ਤੋਂ ਕਿਉਂ ਨਹੀਂ ਤਰੇਗਾ? ਜ਼ਰੂਰ ਤਰੇਗਾ, ਕਿਉਂਕਿ ਮਹਾਂਪੁਰਸ਼ਾਂ ਦਾ ਆਚਰਣ ਸੁਣਨ ਨਾਲ ਆਪਣਾ ਜੀਵਨ ਉੱਚਾ ਹੋ ਜਾਂਦਾ ਹੈ। ਇਤਿਆਦਿਕ ਬਹੁ ਆਪ ਸਮਾਹੀ। ਇਸ ਤਰ੍ਹਾਂ ਦੇ ਬਚਨ ਛੇਵੇਂ ਪਾਤਸ਼ਾਹ ਜੀ ਤੇ ਬਾਬਾ ਬੁੱਢਾ ਜੀ ਦੇ ਆਪਸ ਵਿੱਚ ਹੋਏ ਹਨ। ਕਹੀ ਸੁਣੀ ਮਹਿਮਾ ਥਿਤ ਪਾਹੀ। ਕੋਲ ਬੈਠੇ ਛੇਵੇਂ ਪਾਤਸ਼ਾਹ ਬਾਬਾ ਜੀ ਦੇ ਨਾਲ ਬਚਨ ਕਰੀ ਗਏ ਤੇ ਬਾਬਾ ਜੀ ਵੀ ਬਚਨ ਕਰੀ ਗਏ। ਅੱਜ ਦੇ ਬਚਨਾਂ ਦੇ ਭੰਡਾਰੇ ਖੁੱਲ੍ਹ ਗਏ, ਕਿਉਂਕਿ ਜਦੋਂ ਮਹਾਂਪੁਰਸ਼ ਬ੍ਰਹਮ ਗਿਆਨੀ ਸਰੀਰ ਛੱਡਣ 'ਤੇ ਆਉਂਦਾ ਉਦੋਂ ਆਪਣੀ 7ਵੀਂ ਭੂਮਿਕਾ ਕਰ ਲੈਂਦਾ ਹੈ। ਉਸ ਤੋਂ ਪਹਿਲਾਂ 6ਵੀਂ ਭੂਮਿਕਾ 'ਚ ਵਿਚਰਦਾ। ਕਿਉਂ ਵਿਚਰਦਾ? ਹੁੰਦਾ ਉਹ 7ਵੀਂ 'ਚ ਹੀ ਹੈ, ਪਰ ਵਿਚਰਦਾ 6ਵੀਂ 'ਚ। ਦੁਨੀਆ ਦਾ ਵਿਹਾਰ ਚੱਲਦਾ ਰਹੇ, ਮੇਲ ਜੋਲ, ਲੈਣ ਦੇਣ, ਸੰਗਤਾਂ ਨੂੰ ਦਰਸ਼ਨ ਦਿੰਦਾ ਰਹੇ। ਕਿਉਂਕਿ 7ਵੀਂ ਵਿੱਚ ਜਾ ਕੇ ਫਿਰ ਖਾਣ ਪੀਣ ਅਤੇ ਸੰਸਾਰ ਮਾਇਆ ਖਤਮ ਹੋ ਜਾਂਦੀ ਬਿਲਕੁਲ ਹੀ, ਤੁਰੀਆ ਅਵਸਥਾ। ਬਾਬਾ ਜੀ ਅੱਜ 7ਵੀਂ ਭੂਮਿਕਾ 'ਚ ਪਹੁੰਚ ਕੇ ਤੇ ਖਜ਼ਾਨੇ ਖੋਲ੍ਹ ਦਿੱਤੇ। ਜਿਹੜੀਆਂ ਗੁਪਤ ਗੱਲਾਂ ਸੀ ਉਹ ਵੀ ਖੋਲ੍ਹ ਦਿੱਤੀਆਂ। ਛੇਵੇਂ ਪਾਤਸ਼ਾਹ ਵੀ ਸੁਣ ਰਹੇ ਨੇ, ਭਾਈ ਗੁਰਦਾਸ ਜੀ ਸੁਣ ਰਹੇ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਸੁਣ ਰਹੇ ਨੇ, ਹੋਰ ਬੜੇ ਗੁਰੂ ਕੇ ਲਾਲ ਬੈਠੇ ਰਮਦਾਸ ਪਿੰਡ ਵਿੱਚ। ਇਹ ਅਕਥ ਕਥਾ ਹੋ ਰਹੀ ਹੈ ਸਾਧ ਸੰਗਤ ਜੀ। ਹਾਂਜੀ, ਸੁੰਦਰ ਮੰਦਰ ਅੰਦਰ ਡੇਰਾ। ਬੜੇ ਸੋਹਣੇ ਮਹਿਲ ਬਣੇ ਨੇ ਗੁਰੂ ਕੇ ਬਾਬਾ ਬੁੱਢਾ ਜੀ ਦੇ। ਉਹਨਾਂ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਪਲੰਘ ਲਾਇਆ ਗਿਆ ਹੈ। ਕਰਵਾਇਓ ਹੋ ਆ ਸਾਦਰ ਤਸਬੇਰਾ। ਬੜੇ ਸਤਿਕਾਰ ਨਾਲ ਬਾਬਾ ਬੁੱਢਾ ਜੀ ਦੇ ਪੁੱਤਰ ਪੋਤਰੇ ਪੜਪੋਤਰੇ, ਗਾਂ ਪੜਪੋਤਰਿਆਂ ਦੇ ਵੀ ਪੋਤਰੇ ਹੋ ਗਏ ਸੀ। ਇੰਨੀ ਵੱਡੀ ਬਾਬਾ ਜੀ ਦੀ ਉਮਰ ਹੋਈ ਸੀ ਨਾ, ਉਹਨਾਂ ਦੇ 5-6 ਪੀੜ੍ਹੀਆਂ ਦਾ ਉਹਨਾਂ ਦੇ ਸਾਹਮਣੇ ਹੀ ਸਨ।
ਤੇ ਕਹਿੰਦੇ ਉਹ ਸਾਰੇ ਸੇਵਾ ਕਰਦੇ ਭੱਜ ਭੱਜ ਕੇ, ਦੌੜ ਦੌੜ ਕੇ, ਜਥਾ ਜੋਗ ਸਭ ਕੋ ਸੁਖ ਦਿਓ। ਸਾਰਿਆਂ ਨੂੰ ਖੁਸ਼ੀਆਂ ਦਿੱਤੀਆਂ। ਰਮਦਾਸ ਪਿੰਡ ਦੇ ਵਿੱਚ ਬੜਾ ਚਾਹ ਕੇ ਸਤਿਗੁਰੂ ਆਏ ਹਨ। ਦੇਗ ਪ੍ਰਸਾਦ ਤਿਆਰ ਤਬ ਭਇਓ। ਇਹਨੇ ਨੂੰ ਦੇਗ ਲੰਗਰ ਤਿਆਰ ਹੋ ਗਿਆ। ਭਾਂਤ ਭਾਂਤ ਕੇ ਭੋਜਨ ਕਰੇ। ਭਾਂਤ ਭਾਂਤ ਦੇ ਭੋਜਨ ਪ੍ਰਸ਼ਾਦੇ ਵਧੀਆ, ਦਾਲਾਂ ਸਬਜ਼ੀਆਂ ਵਧੀਆ, ਖੀਰਾਂ ਰਾਇਤੇ ਵਧੀਆ ਤਿਆਰ ਕੀਤੇ। ਮਦਰ ਤਰਸ਼ ਬਹੁ ਸਵਾਦਨ ਭਰੇ। ਮਿੱਠੇ ਤੁਰਸ ਸਵਾਦੀ ਖਾਣੇ। ਸਾਧ ਸੰਗਤ ਜੀ, ਲੰਗਰ ਛਕਾਣਾ ਹੋਵੇ ਤੇ ਭਾਵਨਾ ਵੀ ਹੋਵੇ ਛਕਾਉਣ ਵਾਲੇ ਦੀ, ਤੇ ਭਾਵਨਾ ਨਾਲ ਉਹ ਬਣਾਵੇ ਤੇ ਫਿਰ ਉਹ ਪਿਆਰ ਵਿੱਚ ਭਰ ਜਾਂਦਾ। ਤੇ ਉਹ ਫਿਰ ਸਤਿਗੁਰੂ ਜੀ ਨੂੰ ਇੱਦਾਂ ਪਿਆਰ ਨਾਲ ਬਣਾ ਕੇ ਛਕਾਇਆ ਲੰਗਰ। ਨਿਕਟ ਬੈਠ ਗੁਰ ਕੋ ਅਚਵਾਇਓ। ਕੋਲ ਬਹਿ ਕੇ ਨਾ ਬਾਬਾ ਬੁੱਢਾ ਜੀ ਕਹਿੰਦੇ, ਮਹਾਰਾਜ ਮੇਰੇ ਕੋਲ ਬਹਿ ਕੇ ਛਕੋ। ਬਾਬਾ ਜੀ ਕੋਲ ਹੀ ਬੈਠੇ ਰਹੇ। ਬਿਰਧ ਬਹੁਤ ਸਨ, ਪਰ ਫਿਰ ਵੀ ਜਿੰਨਾ ਚਿਰ ਗੁਰੂ ਸਾਹਿਬ ਲੰਗਰ ਛਕਦੇ ਰਹੇ, ਬਾਬਾ ਬੁੱਢਾ ਜੀ ਦੇਖਦੇ ਰਹੇ। ਕੋ ਆਪ ਆਵਾਜ਼ ਮਾਰਦੇ ਆਪਣੇ ਪੋਤਿਆਂ ਨੂੰ, ਆ ਬਈ ਲੈ ਕੇ ਆ ਖੀਰ ਸਤਿਗੁਰਾਂ ਵਾਸਤੇ, ਸਬਜ਼ੀ ਲਿਆ ਬਈ, ਪ੍ਰਸ਼ਾਦਾ ਤਾਜ਼ਾ ਲਿਆ ਬਈ। ਇੱਦਾਂ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਂਦੇ ਬਾਬਾ ਜੀ ਕੋਲ ਬੈਠ ਕੇ। ਪੁੰਨ ਸਭ ਸੈਨਾ ਕੋ ਵਰਤਾਇਓ। ਪਹਿਲਾਂ ਮਹਾਰਾਜ ਨੂੰ ਲੰਗਰ ਛਕਾ ਕੇ ਫਿਰ ਸਾਰੀ ਫੌਜ ਨੂੰ ਕਿਹਾ ਵੀ ਛਕਾਓ। ਹਾਂਜੀ, ਸੁਪਤਨ ਸਮੈ ਜਾਨ ਬ੍ਰਿਧ ਭਾਈ। ਹੁਣ ਰਾਤ ਦਾ ਸਮਾਂ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਜੀ ਹੁਣ ਆਪਣੇ ਆਸਣ ਤੇ ਆਪ ਜੀ ਸੁਖ ਲਵੋ, ਆਰਾਮ ਕਰੋ। ਮ੍ਰਿਦ ਸਹਜਾ ਸੁੰਦਰ ਟਿਸਵਾਰੀ। ਬੜੀ ਸੋਹਣੀ ਸੁੰਦਰ ਸੇਜਾ ਵਿਛਾਈ ਗਈ ਹੈ। ਮਹਾਰਾਜ ਉਹਦੇ ਤੇ ਆਰਾਮ ਕਰਨਗੇ। ਅਗਲੇ ਦਿਨ ਬਾਬਾ ਬੁੱਢਾ ਜੀ ਦੇ ਨਾਲ ਜੋ ਬਚਨ ਬਿਲਾਸ ਹੋਏ ਨੇ ਤੇ ਬਾਬਾ ਜੀ ਨੇ ਸੱਚਖੰਡ ਗਮਨ ਕੀਤਾ, ਉਹ ਸਾਰੀ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ